Subscribe to our YouTube channel. Press the bell icon to get the latest updates. ਅੱਜ ਜਿਹੜੀ ਗੱਲ ਦੇ ਉੱਤੇ ਮੈਂ ਤੁਹਾਡੇ ਨਾਲ ਕੁਝ ਗੱਲਾਂ ਸਾਂਝੀਆਂ ਕਰਨ ਵਾਸਤੇ ਤੁਹਾਨੂੰ ਤਕਲੀਫ ਦਿੱਤੀ ਹੈ ਉਹਦੇ ਬਾਰੇ ਜੋ ਅੱਜ ਗੱਲਾਂ ਕਰਨ ਵਾਸਤੇ ਤੁਹਾਨੂੰ ਤਕਲੀਫ ਦਿੱਤੀ ਹੈ ਉਹਦਾ ਜਿਹੜਾ ਮੇਨ ਗੱਲ ਹੈ ਉਹ ਇਹ ਹੈ ਕਿ ਜੋ ਪੰਜਾਬ ਦੇ ਵਿੱਚ ਤੜਕ ਹੋ ਕੇ ਝੜੱਲੇਦਾਰੀ ਨਾਲ ਝੂਠ ਬੋਲੇ ਜਾ ਰਹੇ ਇਸ ਵੇਲੇ ਜਿਹੜੇ ਦਿੱਲੀ ਤੋਂ ਲਾਣਾ ਆਇਆ ਹੋਇਆ ਠੱਗਾਂ ਦਾ ਉਹਨਾਂ ਵੱਲੋਂ ਕਿ ਪੰਜਾਬੀਆਂ ਨੂੰ ਭੋਲੀ ਭਾਲੇ ਮੂੰਹ ਬਣਾ ਕੇ ਬੱਚਿਆਂ ਵਰਗੇ ਇੰਨੇ ਕੌਨਫੀਡੈਂਸ ਨਾਲ ਝੂਠ ਬੋਲੇ ਜਾ ਰਹੇ ਹੈ ਕਿ ਜਿਹੜਾ ਮੇਰੇ ਖਿਆਲ ਕਿ ਪੰਜਾਬੀਆਂ ਦਾ ਉੱਦਾਂ ਦੇ ਝੂਠ ਬੋਲਣ ਦਾ ਸ਼ਾਇਦ ਕੋਈ ਇਤਿਹਾਸ ਪਹਿਲਾਂ ਰਿਹਾ ਨਹੀਂ ਅਤੇ ਇਸ ਕਰਕੇ ਲੱਗਦਾ ਸ਼ਾਇਦ ਸੱਚ ਹੀ ਬੋਲਦੇ ਹੋਣ। ਤਾਂ ਮੈਂ ਕੁਛ ਫੈਕਟਸ ਉਹਨਾਂ ਦੇ ਚੈੱਕ ਕੀਤੇ ਨੇ। ਇਹ ਕਿਹੜਾ ਜਿਹੜਾ ਇੱਕ ਉਹ ਦਿੱਲੀ ਤੋਂ ਜਿਹੜਾ ਮੁੰਡਾ ਜਿਹਾ ਦੱਸਦਾ ਹੁਣ ਨਾਂ ਦਾ ਕਿਹਦਾ ਨਾਂ ਰਾਘਵ ਚੱਡਾ ਜਿਹਨੂੰ ਪੰਜਾਬੀ ਨਹੀਂ ਬੋਲਣੀ ਆਉਂਦੀ, ਔਰ ਦੂਸਰਾ ਜਿਹੜਾ ਅਰਵਿੰਦ ਕੇਜਰੀਵਾਲ ਜੀ ਦਿੱਲੀ ਦੇ ਮੁੱਖ ਮੰਤਰੀ ਨੇ, ਔਰ ਮੁੱਖ ਮੰਤਰੀ ਜਿਹੜੇ ਹੁੰਦੇ ਆ ਉਹਨਾਂ ਨੇ ਇੱਕ ਸਹੁੰ ਖਾਣੀ ਹੁੰਦੀ ਹੈ ਪਹਿਲੀ ਗੱਲ ਤਾਂ ਕਿ ਮੈਂ ਸੰਵਿਧਾਨ ਦੇ ਪ੍ਰਤੀ ਆਪਣੀ ਵਫਾਦਾਰੀ ਰੱਖਾਂਗਾ ਔਰ ਕੋਈ ਐਸੀ ਗੱਲ ਨਹੀਂ ਕਰਾਂਗਾ ਜਿਹੜੀ ਕਿ ਸੰਵਿਧਾਨ ਜਿਹੜਾ ਉਹਨੂੰ ਇਜਾਜ਼ਤ ਨਾ ਦਿੰਦਾ ਹੋਵੇ। ਔਰ ਸੰਵਿਧਾਨ ਇਸ ਗੱਲ ਦੀ ਇਜਾਜ਼ਤ ਬਿਲਕੁਲ ਨਹੀਂ ਦਿੰਦਾ ਕਿ ਕੋਈ ਵੀ ਇਲੈਕਟਿਡ ਕੌਂਸਟੀਟਿਊਸ਼ਨਲੀ ਇਲੈਕਟਿਡ ਬੰਦਾ ਚੁਣਿਆ ਹੋਇਆ ਲੋਕਾਂ ਦਾ ਸੰਵਿਧਾਨਕ ਤੌਰ 'ਤੇ ਚੁਣਿਆ ਹੋਇਆ ਬੰਦਾ ਸਰਕਾਰੀ ਫੈਕਟਸ ਬਾਰੇ ਝੂਠ ਬੋਲੇ ਔਰ ਲੋਕਾਂ ਨੂੰ ਗੁੰਮਰਾਹ ਕਰੇ। ਔਰ ਇਹ ਜਿਹੜਾ ਹੈ ਇੱਕ ਕਾਨੂੰਨੀ ਜੁਰਮ ਵੀ ਹੈ ਕਿ ਤੁਸੀਂ ਕੋਈ ਮਿਸਲੀਡਿੰਗ ਜਾਂ ਕੋਈ ਗੁੰਮਰਾਹਕੁਨ ਜਾਣਕਾਰੀ ਸਰਕਾਰੀ ਤੱਥਾਂ ਬਾਰੇ ਦਿਓ, ਇੱਕ ਕਾਨੂੰਨੀ ਜੁਰਮ ਵੀ ਹੈ। ਲੇਕਿਨ ਕਾਨੂੰਨੀ ਜੁਰਮ ਜੇ ਆਪਾਂ ਛੱਡ ਵੀ ਲਈਏ ਤਾਂ ਨੈਤਿਕਤਾ ਦੇ ਆਧਾਰ ਦੇ ਉੱਤੇ ਜਿਸ ਆਧਾਰ 'ਤੇ ਵੋਟਾਂ ਮੰਗਣਾ ਚਾਹੁੰਦੇ ਨੇ ਉਹਦੇ ਆਧਾਰ ਦੇ ਉੱਤੇ ਮੈਂ ਹੁਣ ਜਿਹੜਾ ਤੁਹਾਨੂੰ ਫੈਕਟਸ ਦੇਣ ਲੱਗਾ, ਇਹ ਫੈਕਟਸ ਕੋਈ ਸ਼੍ਰੋਮਣੀ ਅਕਾਲੀ ਦਲ ਦੇ ਨਹੀਂ ਗੇ, ਇਹ ਕੋਈ ਅਖਬਾਰੀ ਖਬਰਾਂ ਦੇ ਨਹੀਂ ਗਏ, ਔਰ ਇਹ ਕੋਈ ਉਹਨਾਂ ਦੇ ਵਿਰੋਧੀਆਂ ਵੱਲੋਂ ਦਿੱਤੇ ਗਏ ਫੈਕਟਸ ਨਹੀਂ ਹਨ। ਇਹ ਉਹਨਾਂ ਦੀ ਆਪਣੀ ਸਰਕਾਰ ਦੇ ਅੰਦਰੂਨੀ ਜੋ ਰਿਪੋਰਟਾਂ ਹੁੰਦੀਆਂ ਨੇ ਜਿਹੜੀਆਂ ਕਿ ਰਿਕਾਰਡ 'ਤੇ ਅਵੇਲੇਬਲ ਆ, ਜਿਨ੍ਹਾਂ ਵਿੱਚੋਂ ਕੁਛ ਤੱਥ ਜਿਹੜੇ ਨੇ ਉਹ ਕੁਛ ਲੋਕਾਂ ਨੇ ਇਹਨਾਂ ਦੇ ਵਿਰੋਧੀਆਂ ਨੇ ਜਾਂ ਇਹਨਾਂ ਦੇ ਸਾਥੀਆਂ ਨੇ ਜਾਂ ਅਖਬਾਰਾਂ ਵਾਲਿਆਂ ਨੇ ਜਿਹੜਾ ਇੱਕ ਉਹ ਐਕਟ ਹੈ RTI ਸੂਚਨਾ ਦਾ ਜਿਹੜਾ ਅਧਿਕਾਰ ਹੈ ਰਾਈਟ ਟੂ ਇਨਫੋਰਮੇਸ਼ਨ, ਉਹਦੇ ਰਾਹੀਂ ਇਹਨਾਂ ਦੀ ਸਰਕਾਰ ਦੀਆਂ ਫਾਈਲਾਂ ਵਿੱਚੋਂ ਜਿਹੜੇ ਤੱਥ ਕਢਾਏ ਸਿਰਫ ਅਤੇ ਸਿਰਫ ਉਹਨਾਂ ਨੂੰ ਆਧਾਰ ਬਣਾਊਂਗਾ ਜਿਹੜੇ ਕੇਜਰੀਵਾਲ ਸਰਕਾਰ ਦੇ ਆਪਣੇ ਤੱਥ ਨੇ। ਸਾਡੇ ਵੱਲੋਂ ਕੋਈ ਇਲਜ਼ਾਮ ਨਹੀਂ ਲਾਇਆ ਜਾ ਰਿਹਾ, ਕਿਸੇ ਵਿਰੋਧੀ ਪਾਰਟੀ ਦੇ ਲਾਏ ਹੋਏ ਇਲਜ਼ਾਮ ਨੂੰ ਮੈਂ ਆਧਾਰ ਨਹੀਂ ਬਣਾ ਰਿਹਾ, ਅਖਬਾਰਾਂ ਵਿੱਚ ਛਪੀਆਂ ਖਬਰਾਂ ਨੂੰ ਵੀ ਮੈਂ ਆਧਾਰ ਨਹੀਂ ਬਣਾ ਰਿਹਾ, ਇਹ ਸੋਚ ਕੇ ਕਿ ਸ਼ਾਇਦ ਹੋ ਸਕਦਾ ਕਦੇ ਕੋਈ ਪੱਤਰਕਾਰ ਤੋਂ ਥੋੜ੍ਹੀ ਬਹੁਤੀ ਜਿਹੜੀ ਹੁੰਦੀ ਹੈ ਕਈ ਵਾਰੀ ਕੋਈ ਫੈਕਚੁਅਲ ਗੱਲ ਗਲਤ ਨਾ ਹੋ ਗਈ ਹੋਵੇ। ਇਸ ਕਰਕੇ ਮੈਂ ਸਿਰਫ ਅਤੇ ਸਿਰਫ ਉਸ ਆਧਾਰ 'ਤੇ ਗੱਲ ਕਰ ਰਿਹਾ ਜੋ ਕੇਜਰੀਵਾਲ ਸਰਕਾਰ ਦੇ ਆਪਣੇ ਤੱਥ ਇਹਨਾਂ ਦੀਆਂ ਆਪਣੀਆਂ ਫਾਈਲਾਂ ਉੱਤੇ ਹੈ। ਮੈਂ ਅਲੱਗ-ਅਲੱਗ ਮਹਿਕਮਿਆਂ ਬਾਰੇ ਗੱਲ ਕਰਾਂਗਾ, ਲੇਕਿਨ ਅੱਜ ਜਿਹੜਾ ਮੈਂ ਸਿਰਫ ਇੱਕ ਮਹਿਕਮੇ ਬਾਰੇ ਗੱਲ ਕਰਾਂਗਾ। ਮੈਂ ਰੋਜ਼ ਤੁਹਾਨੂੰ ਉਹਨਾਂ ਦੇ ਅਲੱਗ-ਅਲੱਗ ਜਿਹੜੇ ਕਲੇਮਸ ਨੇ ਉਹਨਾਂ ਬਾਰੇ ਤੁਹਾਨੂੰ ਰੋਜ਼ ਫੈਕਟਸ ਦਊਂਗਾ, ਕਿਉਂਕਿ ਮੈਂ ਉਹਨਾਂ ਦਾ ਸਾਰਾ ਜਿਹੜਾ ਇਹਨਾਂ ਦਾ ਝੂਠ ਦਾ ਪਲੰਦਾ ਲੋਕਾਂ ਮੋਰੇ ਭੋਲੇ ਭਾਲੇ ਬਣ ਕੇ ਜਿਹੜਾ ਹੈ ਨਾ ਉਹ ਜਿਹਦਾ ਹੁੰਦਾ ਨਾ ਬੀਨ ਵਜਾਉਂਦੇ ਆ ਮੰਤਰ ਮੁਗਧ ਕਰਨ ਦੇ ਲਈ ਕਿ ਉਹਨੂੰ ਲਾ ਲਈਏ ਪਹਿਲਾਂ ਗੱਲ ਦੇ ਉੱਤੇ ਅਤੇ ਬਾਅਦ 'ਚ ਫਿਰ ਆਪਾਂ ਉਹਨੂੰ ਫੜ ਲਾਂਗੇ ਗਿੱਚੀ ਤੋਂ। ਇਹ ਪੰਜਾਬੀਆਂ ਨੂੰ ਇਸ ਤਰ੍ਹਾਂ ਕਰ ਰਹੇ ਨੇ ਕਿ ਬੀਨ ਵਜਾ ਰਹੇ ਨੇ, ਇਹਨਾਂ ਨੂੰ ਇੱਕ ਤਰ੍ਹਾਂ ਮਸਤ ਕਰ ਰਹੀ ਹੈ ਅਤੇ ਬਾਅਦ 'ਚ ਆਪਾਂ ਸਿਰ ਇਹਨਾਂ ਦਾ ਮਰੋੜ ਦਾਂਗੇ। ਔਰ ਜਿਸ ਤਰ੍ਹਾਂ ਦੀ ਬੀਨ ਵਜਾ ਰਹੇ ਨੇ ਉਹ ਬੀਨ ਦੀ ਸੱਚਾਈ ਜਿਹੜੀ ਇਹਨਾਂ ਦੀਆਂ ਆਪਣੀਆਂ ਫਾਈਲਾਂ ਉੱਤੇ ਉਹਦੇ ਬਾਰੇ ਗੱਲ ਕਰਨਾ ਚਾਹੁੰਦਾ ਜੀ। ਮੈਂ ਸਭ ਤੋਂ ਵੱਡੀ ਪ੍ਰਾਪਤੀ ਜਿਹਦੇ ਬਾਰੇ ਰੌਲਾ ਇਹ ਪਾਇਆ ਗਿਆ ਕਿ ਅੰਤਰਰਾਸ਼ਟਰੀ ਆਗੂ, ਅਮਰੀਕਾ ਦੇ ਰਾਸ਼ਟਰਪਤੀ, ਇੰਗਲੈਂਡ ਦੇ ਪ੍ਰਧਾਨ ਮੰਤਰੀ, ਪਤਾ ਨਹੀਂ ਕਿੱਥੋਂ ਦੇ ਕੀ ਛੱਡਣ ਲੱਗੇ, ਮਤਲਬ ਦੇਖਦੇ ਨਹੀਂ ਕਿ ਉਹ ਆ ਕੇ ਤਾਰੀਫਾਂ ਕਰ ਗਏ। ਉਹ ਜਿਹੜੀਆਂ ਤਾਰੀਫਾਂ ਕਰ ਗਏ ਉਹਦੇ ਉੱਤੇ ਤੁਹਾਡੀ ਆਪਣੀ ਸਰਕਾਰ ਦੇ ਤੱਥ ਕੀ ਕਹਿੰਦੇ ਆ ਇਹ ਮੈਂ ਦੱਸਣ ਲੱਗਾ ਹਾਂ। ਇਹਨਾਂ ਨੇ ਪਹਿਲੀ ਗੱਲ ਤਾਂ ਛੋਟੀ ਜਿਹੀ ਇੱਕ ਹੋਰ ਵੀ ਗੱਲ ਦੱਸਦਾ, ਕਿਉਂਕਿ ਉਹਦੇ ਵਿੱਚ ਇੱਕ ਕਵਰ ਹੁੰਦੀ ਹੈ ਕਿ ਜਿਹੜਾ ਇਹਨਾਂ ਨੇ ਬਹੁਤ ਵੱਡਾ ਦਾਅਵਾ ਕੀਤਾ ਸੀ ਕਿ ਹੁਣ ਇੱਥੇ ਵੀ ਕਰ ਰਹੇ ਨੇ ਕਿ ਜੀ ਅਸੀਂ ਨੌਜਵਾਨਾਂ ਦਾ ਜਿਹੜਾ ਰੁਜ਼ਗਾਰ, ਲੋਕਾਂ ਦੇ ਬੇਰੁਜ਼ਗਾਰੀ ਕਰਕੇ ਆ ਹੋ ਗਿਆ, ਘਰ ਲੁੱਟ ਗਏ, ਇਹ ਹੋ ਗਿਆ, ਉਹ ਹੋ ਗਿਆ, ਅਸੀਂ ਦਿੱਲੀ ਦੇ ਵਿੱਚ ਤਾਂ ਪਤਾ ਨਹੀਂ ਕੀ ਕੁਛ ਕਰ ਦਾਂਗੇ। ਇਹਨਾਂ ਨੇ ਵਾਅਦਾ ਕੀਤਾ ਸੀ ਅਰਵਿੰਦ ਕੇਜਰੀਵਾਲ ਨੇ, ਔਰ ਜਿਹੜੇ ਇਹਨੇ ਵਾਅਦੇ ਕੀਤੇ ਸੀਗੇ ਉਹ ਸਾਰੇ ਦੇ ਸਾਰੇ ਜਨਤਕ ਤੌਰ 'ਤੇ ਲੋਕਾਂ ਦੇ ਸਾਹਮਣੇ YouTube ਖੋਲ੍ਹ ਦੇਖ ਲਓ, ਲੋਕਾਂ ਦੇ ਸਾਹਮਣੇ ਆਪਣੇ ਬੱਚੇ ਦੇ ਸਿਰ 'ਤੇ ਹੱਥ ਰੱਖ ਕੇ ਸਹੁੰ ਖਾ ਕੇ ਵਾਅਦੇ ਕੀਤੇ। ਹੋਰ ਵੀ ਵਾਅਦੇ ਕੀਤੇ ਜਿਹੜੇ ਜੋ ਤਾਂ ਸਭ ਨੂੰ ਪਤਾ ही है कि उन्हें कहा कि मैं सियासत आऊँगा ही नहीं, बेटा इधर आओ बेटा, इधर यहाँ खड़े हो, ये मेरा बेटा है जी, इसके सर पर मैं हाथ रख के सौगंध खाता हूँ कि मैं सियासत में कभी नहीं आऊँगा ज़िंदगी में। चलो
ਆ ਗਏ, ਕੋਈ ਗੱਲ ਨਹੀਂ, ਲੋਕਾਂ ਦੇ ਦਬਾਅ ਹੇਠ ਆ ਗਏ। ਦੂਜੀ ਸਹੁੰ ਇਹ ਵੀ ਖਾਧੀ ਸੀ ਕਿ ਮੈਂ ਮਰਦਾ ਮਰ ਜਾਵਾਂਗਾ, ਉਸੇ ਬੱਚੇ ਦੇ ਸਿਰ ਤੇ ਹੱਥ ਰੱਖ ਕੇ ਉਹ ਕਹਿੰਦਾ ਇਹ ਮੇਰਾ ਪਰਿਵਾਰ ਖੜਾ ਹੈ ਸਾਰੇ का ਸਾਰਾ, ਇਹ ਮੇਰੇ ਪਤਾ ਨਹੀਂ ਕਿਸ ਕਿਸ ਦਾ ਨਾਮ ਲਿਆ, ਉਹ ਬੱਚੇ ਦੇ ਸਿਰ ਤੇ ਵਿਚਾਰੇ ਦੇ ਫਿਰ ਹੱਥ ਰੱਖ ਕੇ ਦੂਜੀ ਸਹੁੰ ਖਾਧੀ ਸੀ ਕਿ ਮੈਂ ਕਾਂਗਰਸ ਪਾਰਟੀ ਨਾਲ ਰਲ ਕੇ, ਚਾਹੇ ਸਰਕਾਰ ਬਣੇ ਨਾ ਬਣੇ, ਮੈਂ ਕਾਂਗਰਸ ਪਾਰਟੀ ਨਾਲ ਰਲ ਕੇ ਸਰਕਾਰ ਨਹੀਂ ਬਣਾਉਂਗਾ। ਫਿਰ ਉਸ ਤੋਂ ਬਾਅਦ ਕੁਛ ਦਿਨਾਂ ਬਾਅਦ ਹੀ ਬਣਾਈ ਵੀ ਸੀ। ਇਸ ਤਰ੍ਹਾਂ ਆਹ ਜਿਹੜੇ ਵਾਅਦੇ ਹੈ ਇਹ ਵੀ ਸਹੁੰ ਖਾ ਕੇ ਕੀਤੇ ਗਏ ਸੀਗੇ। ਸਹੁੰਆਂ ਖਾਣ ਨੂੰ ਬੜੇ ਮਾਹਰ ਨੇ, ਤੁਹਾਨੂੰ ਪਤਾ ਇੱਥੇ ਤਾਂ ਵੱਡੀਆਂ ਵੱਡੀਆਂ ਸਹੁੰਆਂ, ਕਦੇ ਗੁਟਕਾ ਸਾਹਿਬ ਦੀ ਖਾ ਜਾਂਦੇ ਨੇ, ਮੁੱਕਰ ਜਾਂਦੇ ਨੇ, ਕਦੇ ਕੋਈ ਆਪਣੀ ਮਾਤਾ ਜੀ ਦੀ ਸਹੁੰ ਖਾਂਦਾ ਮੈਂ ਸ਼ਰਾਬ ਨਹੀਂ ਪੀਊਂਗਾ, ਉਹ ਮੁੱਕਰ ਜਾਂਦਾ। ਇਹ ਆਪਣੇ ਬੱਚਿਆਂ ਦੀ ਸਹੁੰ ਖਾ ਗਏ। ਔਰ ਸਹੁੰਆਂ ਕੀ ਖਾਧੀਆਂ ਸੀ ਕਿ ਮੈਂ ਦਿੱਲੀ ਨੂੰ ਪਹਿਲਾ ਪ੍ਰੋਮਿਸ ਇਹਨਾਂ ਦਾ ਦਿੱਲੀ ਦੀ ਸਟੇਜ ਤੋਂ ਹਜ਼ਾਰਾਂ ਲੋਕਾਂ ਦੇ ਸਾਹਮਣੇ ਕਿਹਾ ਇਹਨਾਂ ਨੇ, ਜਿਹੜਾ YouTube ਤੇ ਸਾਰਾ ਹੈਗਾ, ਸਾਰੇ ਦੇਖ ਸਕਦੇ ਨੇ, ਕਿ 8 ਲੱਖ ਨੌਕਰੀਆਂ ਮੈਂ ਦਿੱਲੀ ਵਿੱਚ ਦਊਂਗਾ। 8 ਲੱਖ ਨੌਕਰੀਆਂ ਸਰਕਾਰੀ ਦਿੱਲੀ ਵਿੱਚ। ਇੰਨੀਆਂ ਨੌਕਰੀਆਂ ਐਗਜ਼ਿਸਟ ਹੀ ਨਹੀਂ ਕਰਦੀਆਂ, पर इन्होंने छੱਡ दी। और छੱਡ दी भोला जा मुँह बना के कि ये तो हमने करना पड़ेगा, लोगों के घर उजड़ रहे हैं, नौजवान क्या करें बेचारे। तो इदां ਦੀਆਂ ਗੱਲਾਂ करके 8 ਲੱਖ ਨੌਕਰੀਆਂ ਦਾ ਤੋਪੜਾ ਦਾਗਤਾ। और फिर ਦਿੱਤੀਆਂ ਕਿੰਨੀਆਂ ਹੁਣ ਤੱਕ 217 ਸਰਕਾਰੀ ਨੌਕਰੀਆਂ। 217 ਇਹਨਾਂ ਦੀਆਂ ਆਪਣੀਆਂ ਫਾਈਲਾਂ ਦਾ ਰਿਕਾਰਡ ਹੈ। 217 ਨੌਕਰੀਆਂ ਦਿੱਤੀਆਂ 8 ਲੱਖ ਦੇ ਬਦਲੇ। और मैं इन्हों कहना है केजरीवाल साहब नूं कि चलो मैं तो बहुत छोटा बंदा हाँ, मेरे नाल तां तुसीं बहस नहीं करनी, इस इशू उत्ते तुसीं किसी बंदे नूं भेज दिओ जिहड़ा मेरे थोड़े सरकार च मेरे रैंक का बंदा है, उन्होंने भेज दिओ। आपां इह फैक्ट्स ते खुली बहस करन नूं तैयार हाँ इन्हां दे किसी भी बंदे दे नाल जिहड़ा इन्हां दी सरकार नूं रिप्रजेंट करदा होए। और मैं इन्हां नूं चैलेंज करदा श्रोमणी अकाली दल दे बिहाफ ते कि इन्हां दा कोई बंदा अपनी सरकार दीयां फाइलां लैके उन्हां दे तत्थ लैके आ जाए टैलीविजन का जिहड़ा चैनल इन्होंने पसंद है, जिथे सब तो वध ये इश्तिहार दिंदे ने, उत्थे आपां इन्हां नाल बहस करन नूं तैयार हाँ। तो ये तो एक ओवरऑल गल सी। हुण मैं इन्हां दी गल ध्यान नाल जिहड़ी कि इन्हां ने, वैसे मैं तुहानूं दस्सां ये जिहड़ी करदे की ने, जो जिहड़ी ये इश्तिहारां नूं खबरां दे तौर ते बना के पेश करदे, और लगदा सच्ची इदां ही है क्योंकि वो एंकर दे अपनी आवाज़ गल हो रही हुंदी है तो लगदा कि शायद खबर ही है। इस काम लई इन्हां ने पैसे किन्ने खर्चे आ, मैं पंजाबियां नूं दस्सना चाहना। और ये डिनाई करन, जे मैं गलत कह रहा इन्हां दे ये सारे अंकड़े इन्हां दी अपनी सरकार दे ने, जे मैं गलत कह रहा तो ये डिनाई करन। और जे आप तो बहुत वड्डे ने, मैं तो बहुत तुच्छ आदमी हाँ, मेरे तुच्छ स्टेटस के बराबर का बंदा कोई भेज देन, जिथे कहन दिल्ली जिथे कहन, जनतक तौर पर बंदे भी अपने इकट्ठे कर लैन, उन्होंने सामने गल करांगा। मैं इन्हां दी क्राउड होवे, इन्हां दे वर्कर्स की क्राउड होवे, उन्होंने सामने मैं बहस करांगा खड़ के। 822 करोड़ रुपया, 822 करोड़ रुपया दिल्ली सरकार ने पब्लिसिटी ते खर्चा होया, जिहड़ा तुहानूं रोज़ दिसदा ना भी खबरां ते खबरां चल रही ने ते बड़ा जी ये है वो है, 100 सीटां आ रही, 102 सीटां आ रही, वो जिहड़ियां सीटां तां किन्नियां आ रही वो पता नहीं, वो तां बंदे दस्सण बाद जिद्दां पिछली वारी होया सी पता लग जाएगा। लेकिन उस काम नूं ये सारा बुलबुला खड़ा करन नूं, सोशल मीडिया बलून खड़ा करन लई, सोशल मीडिया बबल खड़ा करन लई 822 करोड़ रुपया इन्हां दीयां फाइलां दे विच बोल रहा। और फिर तुहानूं होर दस्सां, सारी दुनिया तराह तराह कर रही सी क्योंकि इहदा संबंध हैल्थ नाल है। सारी दुनिया तराह तराह कर रही सी कि एक एक पैसा, एक एक नवां पैसा, एक एक हस्पताल, एक एक दवाई के उत्ते जो भी खर्चा होवे, जदों दा पैंडैमिक शुरू होया, जदों दी कोविड का करोना का जद दी महामारी शुरू हुई है, उस तो लैके अज जदों तुहानूं याद होवे इन्हां दे उत्थे ऑक्सीजन की दिल्ली किन्नी कमी आई सी, और कल्ले दिल्ली च आई सी जिथे कि सब तो कहते हैल्थ साडा वधिया। उस वेले जदों एक एक पैसे की जरूरत सी, एक एक ऑक्सीजन सिलेंडर की लोड़ सी, उस वेले 150 करोड़, एक्चुअली 151.2 करोड़, 151.2 करोड़ की पब्लिसिटी की गई। केजरीवाल साहब को दिखा लेने के केजरीवाल कितने बेचारे लोगों के लिए सो नहीं रहे हैं, नींद नहीं आती है मुझे। तो इस काम के लिए 151.2 करोड़ लोगों को अपने अथरू दिखाने लई खर्चा गया। ये इन्हां दीयां अपनियां फाइलां विच है। और जे गलत है तो मैं बार बार कह रहा कि इन्हां दी ही क्राउड होवे, इन्हां दा ही स्थान होवे, इन्हां दा ही समा होवे, जिथे कहण मैं ये फैक्ट्स इन्हां दे नाल बैठ के गल करन नूं तैयार हाँ। लोकां दे सामने लोकी भी कौन, जिहड़े आम आदमी पार्टी के करिंदे होण, इन्हां दे वर्कर होण, इन्हां नूं सपोर्ट करन, जो भी जिंदाबाद मुर्दाबाद करना इन्हां दे हक च करन, लेकिन मेरे नाल बैठ के बहस कर लैण और दिल्ली च कर लैण जे इत्थे पंजाब च इन्हां नूं डर लगदा। फिर महल्ला क्लीनिकां दे इन्हां ने बड़े रौले पाए हुए ने
ਕਿ ਅਸੀਂ ਕਿੰਨੇ ਬਣਾਉਣੇ ਸੀਗੇ। 1000 ਮੁਹੱਲਾ ਕਲੀਨਿਕ ਕਹਿੰਦੇ ਸੀ ਦਿੱਲੀ 'ਚ ਬਣਾਵਾਂਗੇ, ਇਹਨਾਂ ਨੇ ਵਾਅਦਾ ਕੀਤਾ ਸੀਗਾ ਪਹਿਲੀ ਵਾਰੀ। ਉਹ ਤੋਂ ਬਾਅਦ ਫਿਰ ਹੋਰ ਕਰੀ ਗਏ, ਤੇ ਕੁੱਲ ਬਣਾਏ ਕਿੰਨੇ ਨੇ? 169 ਨੇ ਜਿਹੜੇ ਆਪਰੇਸ਼ਨਲ ਨੇ। 169 1000 ਪ੍ਰੋਮਿਸ ਕੀਤੇ ਸੀਗੇ ਪਹਿਲੀ ਵਾਰੀ, ਉਹ ਤੋਂ ਬਾਅਦ ਹੋਰ ਕਰੀ ਗਏ। ਲੇਕਿਨ ਅੱਜ ਦੀ ਤਰੀਕ ਦੇ ਵਿੱਚ, ਔਰ ਮੈਂ ਤੁਹਾਨੂੰ ਇਹ ਵੀ ਦੱਸੂਗਾ ਜਦੋਂ ਮੈਂ ਕਹਿ ਰਿਹਾ ਕਿ ਆਪਰੇਸ਼ਨਲ ਹੈ, ਚੱਲ ਰਹੇ ਨੇ, ਉਹ ਕਿੱਦਾਂ ਚੱਲ ਰਹੇ ਨੇ ਉਹ ਵੀ ਤੁਹਾਨੂੰ ਦੱਸਦਾ। 169 169 ਮੁਹੱਲਾ ਕਲੀਨਿਕ ਸਿਰਫ ਜਿਹੜੇ ਆ, ਜਿਹੜਾ ਇਹਨਾਂ ਦਾ ਆਪਣਾ ਦਾਵਾ ਵੀ ਇੰਨੇ ਚੱਲ ਰਹੇ, ਉਹ 169 ਨੇ। ਮੈਂ ਨਹੀਂ ਕਹਿ ਰਿਹਾ 169, ਇਹਨਾਂ ਦਾ ਆਪਣਾ ਦਾਵਾ 169। ਔਰ ਉਹ ਚੱਲ, ਜਿਹੜੇ ਮੈਂ ਕਹਿ ਰਿਹਾ ਆਪਰੇਸ਼ਨਲ ਨੇ, ਉਹ ਆਪਰੇਸ਼ਨਲ ਕਿਵੇਂ ਨੇ ਉਹ ਵੀ ਤੁਹਾਨੂੰ ਦੱਸ ਦਿੰਦਾ ਕਿ, ਔਰ ਇਹ ਜਿਹੜਾ ਡੇਟਾ ਆ ਇਹ ਘਟਿਆ ਉਸ ਤੋਂ ਬਾਅਦ। ਇਹ ਮੇਰੇ ਕੋਲ ਜਿਹੜੇ ਫੈਕਟਸ ਨੇ ਇਹ ਜੁਲਾਈ 2021 ਤੱਕ ਦੇ ਨੇ ਸਿਰਫ। ਉਸ ਤੋਂ ਬਾਅਦ ਜਿਹੜੇ ਖਰਚੇ ਕੀਤੇ ਇਹਨਾਂ ਨੇ ਪਬਲਿਸ਼ ਕੀਤੇ ਉਹ ਅਲੱਗ ਨੇ। ਇਹ ਤਾਂ ਮੈਂ ਤੁਹਾਨੂੰ ਐਡਾ ਡਾਟਾ ਦੇ ਰਿਹਾ, ਇਹ ਜੁਲਾਈ 2021 ਤੱਕ ਦਾ। ਉਸ ਤੋਂ ਬਾਅਦ ਜੋ ਸੈਂਕੜੇ ਕਰੋੜਾਂ ਇਲੈਕਸ਼ਨ ਦੇ ਵੇਲੇ ਅਸੀਂ ਖਰਚ ਰਹੇ ਨੇ, ਉਹ ਇਹ ਤੋਂ ਇਲਾਵਾ ਤੋਂ ਅੱਡਾ ਲਿਖਣਾ ਜਿਹੜਾ ਤੁਹਾਨੂੰ ਦੱਸਿਆ 150 ਕਰੋੜ ਪੈਂਡੈਮਿਕ ਦੇ ਟਾਈਮ ਤੇ, ਔਰ 822 ਕਰੋੜ ਜਿਹੜਾ ਐਡਵਰਟਾਈਜ਼ਮੈਂਟ ਦੇ ਉੱਤੇ ਖਰਚ ਰਹੇ ਨੇ ਇਸ ਵੇਲੇ ਕੇਜਰੀਵਾਲ ਸਰਕਾਰ। ਤੇ ਜਿਹੜਾ ਹੈਗਾ 169 ਇਹਨਾਂ ਨੇ ਖੋਲੇ, ਉਹਨਾਂ ਵਿੱਚੋਂ ਵੀ ਬਹੁਤ ਸਾਰੇ ਬੰਦ ਕਰਤੇ, ਇਹ ਕਹਿ ਕੇ ਕਿ ਇੱਥੇ ਲੋੜ ਨਹੀਂ ਹੈ। ਔਰ ਫਿਰ ਜਿਹੜੇ ਚੱਲ ਰਹੇ ਨੇ, ਜਿਹਨਾਂ ਉੱਤੇ ਬਹੁਤ ਮਤਲਬ 2-4 ਜਿਹੜੇ ਤਾਂ ਦਿਖਾਣੇ ਵਾਸਤੇ ਰੱਖੇ ਨਾ, ਜਦੋਂ ਕੋਈ VIP ਬਾਹਰ ਲਾ ਜਾਏ ਤਾਂ ਉਹ ਪੁਲਿਸ ਲੈ ਫਿਰ ਬੜੇ ਦੌੜ ਭੱਜ ਕਰਦੇ ਆ, ਤੇ ਉਹਨਾਂ ਨੂੰ ਲੱਗ ਕੇ ਮੈਂ ਜਿਹੜੇ ਹੁਣ ਤੁਹਾਨੂੰ ਦੱਸਣ ਲੱਗਾ ਇਹ ਤੱਥ ਜਿਹੜੇ ਨੇ ਇਹ ਹੈ ਇਹਨਾਂ ਦੀ ਸਰਕਾਰ ਦੇ। ਲੇਕਿਨ ਇੰਡੀਆ ਟੂਡੇ ਨੇ ਇੱਕ ਦਿੱਲੀ ਦੇ ਵਿੱਚ ਸਰਵੇ ਕੀਤਾ, ਔਰ ਉਹਨਾਂ ਨੇ ਕੀ ਕਹਿੰਦੇ ਹੁੰਦੇ ਆ, ਇਨਵੈਸਟੀਗੇਟਿਵ ਰਿਪੋਰਟ ਕੀਤੀ। ਇੰਡੀਆ ਟੂਡੇ ਜਿਹੜੀ ਦੇਸ਼ ਦੀ ਬੜੀ ਪ੍ਰੈਸਟੀਜੀਅਸ ਅਖਬਾਰ ਹੈ, ਮੈਗਜ਼ੀਨ ਹੈ, ਔਰ ਉਹਨਾਂ ਦਾ ਚੈਨਲ ਵੀ ਆਪਾਂ ਜਾਣਦੇ ਹਾਂ ਸਾਰੇ, ਅੱਜ ਤੱਕ ਵੀ ਉਹਨਾਂ ਦਾ ਹੀ ਮੇਰੇ ਖਿਆਲ 'ਚ। ਉਹਨਾਂ ਨੇ ਇਹ ਦੇਖਣ ਲਈ ਕਿ ਕੇਜਰੀਵਾਲ ਸਾਹਿਬ ਬਹੁਤ ਭੋਲਾ ਭਾਲਾ ਬਣ ਕੇ ਬੱਚਿਆਂ ਵਾਂਗ ਗੱਲਾਂ ਕਰਦੇ ਨੇ, ਇਹ 'ਚ ਸੱਚਾਈ ਹੋਣੀ ਆ ਸ਼ਾਇਦ, ਤਾਂ ਆਪਾਂ ਦੇਖ ਹੀ ਲੈਂਦੇ ਹਾਂ, ਤਾਂ ਆਪਾਂ ਇਹਨਾਂ ਦੀ ਪਬਲਿਸਿਟੀ ਕਰੀਏ। ਤਾਂ ਉਹ ਪਬਲਿਸਿਟੀ ਕਰਨ ਦੇ ਲਈ ਉਹਨਾਂ ਨੇ ਇਹਨਾਂ ਦਾ ਇੱਕ ਇਨਵੈਸਟੀਗੇਸ਼ਨ ਕੀਤੀ, ਜਾਂ ਇਹਨਾਂ ਸਮਝ ਲਓ ਵੀ ਇੱਕ ਇਹਨਾਂ ਦੇ ਸੱਚ ਜਾਣਨ ਲਈ ਇੱਕ ਤਰ੍ਹਾਂ ਰਿਪੋਰਟ ਤਿਆਰ ਕੀਤੀ। ਤੇ ਉਹਦੇ ਵਿੱਚ ਕੀ ਨਿਕਲਿਆ? ਉਹਦੇ 'ਚ ਇਹ ਨਿਕਲਿਆ ਜੀ ਕਿ 75% ਜਿੰਨੇ ਸ਼ੁਰੂ ਹੋਏ ਸੀ, ਉਹਨਾਂ 'ਚੋਂ 75% ਕਲੀਨਿਕ ਸਿਰਫ ਪਹਿਲੀ ਵਾਰੀ ਮੀਡੀਆ ਨੂੰ ਦਿਖਾਉਣ ਲਈ ਚਲਾਏ ਗਏ, 75% ਉਹ ਤੋਂ ਬਾਅਦ ਬੰਦ ਕਰਤੇ ਗਏ। ਇਹ ਇੰਡੀਆ ਟੂਡੇ ਦੀ ਰਿਪੋਰਟ ਹੈ। ਔਰ ਇੰਡੀਆ ਟੂਡੇ ਦੀ ਰਿਪੋਰਟ ਕਾਹਤੇ ਬੇਸਡ ਆ? ਇਹਨਾਂ ਦੇ ਆਪਣੇ ਸਰਕਾਰੀ ਅੰਕੜਿਆਂ ਉੱਤੇ। ਔਰ ਮੈਂ ਤੁਹਾਨੂੰ 2 ਐਗਜ਼ਾਮਪਲਸ ਦਿੰਦਾ, ਜਿਹੜੇ ਅੱਜ ਵੀ ਕਹਿ ਰਹੇ ਸੀ ਕੇਜਰੀਵਾਲ ਸਾਹਿਬ कि ये नंबर है 1000 पता नहीं कितना है, वो फ़ोन कर लें, अभी कर लें, नहीं इन्हें फिर याद आ गया कि नहीं इतना तो करके फड़े ना जाइए, नहीं यहाँ से नहीं चलेगा, आप दिल्ली जाएँ, दिल्ली जाके फ़ोन करें। तो पहला तो मैं दिल्ली जावा, फिर उत्थे जाके फ़ोन करा, पर चलो उस गल नूं आपां मान लैंदे आ कि सच्ची होनी है, जिहड़े एडे वड्डे मुख मंत्री कह रहा, लेकिन मुख मंत्री जो पहला कह रहा उहदा तुहानूं दस रहा मैं। लेकिन 2 मैं तुहानूं एग्जाम्पल्स दिन्ना ताकि मुख मंत्री साहब नूं हो सकदा इन्हां नूं अफसरां ने गुमराह कीता होवे, बंदे तो सच्चे लगदे आ पर अफसर कई बार हो सकता गलत कहते होने इन्होंने। तो इस करके मैं इन्होंने बेनती करदा कि तुसीं इदां करो, जदों भी हुण दिल्ली जाओ, जदों तुहानूं बेल मिले पंजाब चों कि पंजाब तो तुहाडे नक्क दम आया पिया, तुहानूं लगदा इत्थों मैं निकल गया, तो कम्मे जिहड़ा पता नहीं जिहड़ियां 20 आईयां सी वो भी नहीं आणियां। तो जिद्दण भी तुहानूं टाइम लगे, अज कल परसों चौथ जदों भी लगे, दिल्ली जाओ। मुख मंत्री साहब नूं मेरी बेनती है, केजरीवाल साहब नूं, दिल्ली जाओ। जनकपुरी एक जगह है, मेरे वड्डे भाई साहब उत्थे रहिंदे रहे, वैसे इस करके मैनूं ज़्यादा नॉलेज है। उत्थे एक जगह है, ਉੱਥੇ ਇਹਨਾਂ ਨੇ ਇੱਕ ਫੋਰਨ ਡਿਗਨਿਟਰੀ ਨੇ ਆਉਣਾ ਸੀਗਾ ਉਹਨਾਂ ਦਿਨਾਂ 'ਚ, ਔਰ ਇਹ ਮੈਂ ਤੁਹਾਨੂੰ ਦੱਸ ਰਿਹਾ ਗੱਲ ਜਿਹੜੀ ਹੈ, ਇਹ ਵੀ ਇੰਸੀਡੈਂਟਲੀ ਜੁਲਾਈ 2021 ਦੀ ਹੈ, 21 ਤੋਂ ਥੋੜ੍ਹੀ ਪਹਿਲਾਂ ਦੀ ਹੈ। ਅਤੇ ਇਹਨਾਂ ਨੇ ਫਟਾਫਟ ਇਹ ਦਿਖਾਉਣ ਲਈ ਉਹ ਕਿਤੇ ਉਹ ਕਿਸੇ ਨੇ ਉੱਥੇ ਉਹਨਾਂ ਦੀ ਜਾਣ ਪਛਾਣੀ, ਉਹ ਜਿਹੜੇ ਹੁੰਦੇ ਨਾ ਐम्बेसीज, ਉਹਨਾਂ ਦੀ ਕੋਈ ਜਾਣ ਪਛਾਣ ਸੀ ਜਨਕਪੁਰੀ। ਉਹਨੇ ਕਿਹਾ ਹਮ ਜਨਕਪੁਰੀ ਲੈਟਸ ਗੋ ਟੂ ਜਨਕਪੁਰੀ। ਤਾਂ ਉਹ ਜਨਕਪੁਰੀ ਉਹਨਾਂ ਨੂੰ ਪਤਾ ਲੱਗਾ ਵੀ ਸ਼ਾਮ ਨੂੰ ਜਾ ਰਹੇ ਨੇ, ਤਾਂ ਫਟਾਫਟ ਉੱਥੇ ਇੱਕ ਪਬਲਿਕ ਫਾਰਮ ਸੀਗਾ, ਜਿਹੜਾ ਕੀ ਹੁੰਦਾ ਆਹ ਪਾਰਕ, ਜਿੱਦਾਂ ਮੁਹੱਲਿਆਂ 'ਚ ਨਹੀਂ ਹੁੰਦੇ ਪਾਰਕ ਵਗੈਰਾ, ਉਹ ਪਾਰਕ ਦੇ ਵਿੱਚ ਇੱਕ ਜਿਹਨੂੰ ਆਪਾਂ ਕਹਿੰਦੇ ਨਾ ਕਿ ਕੀ ਕਹੀਏ ਆਪਾਂ, ਜਿਹਨੂੰ ਮੇਕ ਸ਼ਿਫਟ ਕਹਿ ਦਿੰਦੇ ਆਪਾਂ, ਜਾਂ ਸਮਝ ਲਓ ਵੀ ਕੱਚੇ ਤੌਰ 'ਤੇ ਖੜ੍ਹਾ ਕੀਤਾ ਗਿਆ, ਤੰਬੂ ਲਾ ਕੇ। ਅੱਜ ਕੱਲ੍ਹ ਉਹ ਨਕਲੀ ਦੀਵਾਰਾਂ ਵੀ ਮਿਲ ਜਾਂਦੀਆਂ ਨਾ ਪਲਾਸਟਿਕ ਦੀਆਂ, ਉਹ ਫਟਾਫਟ ਲਾ ਲੂ ਕੇ ਇੱਕ ਇਹਨਾਂ ਨੇ ਖੜ੍ਹਾ ਕਰਨ ਦੀ ਕੋਸ਼ਿਸ਼ ਕੀਤੀ, ਕਰ ਰਹੇ ਸੀਗੇ। ਜਦ ਤੱਕ ਫਿਰ ਉਹ ਜਨਕਪੁਰੀ ਦੇ ਜਿਹੜੇ ਲੋਕ ਸੀਗੇ ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹ ਤਾਂ ਇੱਥੇ ਸਾਡਾ ਪਾਰਕ ਹੀ ਖਰਾਬ ਕਰ ਰਹੇ, ਬੱਚਿਆਂ ਨੇ ਇੱਥੇ ਖੇਡਣਾ ਹੁੰਦਾ, ਗਰਾਸ ਲੱਗਿਆ ਹੋਇਆ। ਉਹ ਬੰਦੇ ਇਕੱਠੇ ਹੋ ਕੇ ਆ ਗਏ ਸਾਰੇ,
ਔਰ ਇਹ ਮੈਂ ਜਿਹੜਾ ਕਹਿੰਦਾ ਕੇਜਰੀਵਾਲ ਸਾਹਿਬ ਇਹ ਕਹਿਣ ਨਹੀਂ ਹੋਇਆ, ਉਹਨਾਂ ਨੇ ਆ ਕੇ ਇਹਨਾਂ ਦੇ ਬੰਦਿਆਂ ਨੂੰ ਉੱਥੇ ਦੜਾਇਆ, ਔਰ ਦੜਾ ਕੇ ਇਹਨਾਂ ਨੂੰ ਉੱਥੇ ਉਹ ਜਿਹੜਾ ਬਣਾਉਣਾ ਚਾਹੁੰਦੇ ਸੀਗੇ, ਮਤਲਬ ਬੱਚਿਆਂ ਦੇ ਖੇਡਣ ਵਾਲੇ ਪਾਰਕ ਵਿੱਚ ਬਣਾਉਣਾ ਦਿਖਾਉਣਾ ਚਾਹੁੰਦੇ ਸੀਗੇ ਲੋਕ, ਬਾਹਰਲੇ ਬੰਦੇ ਨੂੰ ਜਿਹੜਾ ਆਇਆ ਹੋਇਆ ਸੀ VIP ਉਹਨੂੰ ਦਿਖਾਉਣਾ ਚਾਹੁੰਦੇ ਸੀਗੇ, ਉਹ ਉਹਨਾਂ ਨੇ ਲੋਕਾਂ ਨੇ ਦੜਾਏ, ਕਰਾਊਡ ਇਕੱਠੀ ਹੋ ਕੇ ਇਹਨਾਂ ਨੂੰ ਦੜਾਇਆ, ਇਹਨਾਂ ਦੇ ਬੰਦਿਆਂ ਨੂੰ। ਇਹਨਾਂ ਦੇ ਮਿਨਿਸਟਰ ਵੀ ਉੱਥੇ ਗਏ ਸੀਗੇ ਉਸ ਵੇਲੇ। ਇੱਦਾਂ ਹੀ ਇੱਕ ਹੋਰ ਜਗ੍ਹਾ ਆ ਦਿੱਲੀ ਦੇ ਵਿੱਚ, ਤੁਸੀਂ ਸਾਰੇ ਜਾਣਦੇ ਹੋਣੇ ਕਿ ਤੁਸੀਂ ਦਿੱਲੀ ਤੋਂ ਆਪਾਂ ਸਾਰੇ ਵਾਕਫ ਹੀ ਹਾਂ। ਕੇਜਰੀਵਾਲ ਸਾਹਿਬ ਨੂੰ ਲੱਗਦਾ ਨਹੀਂ ਹੈਗੇ, ਪਰ ਆਪਣੇ 'ਚ ਬਹੁਤ ਬੰਦੇ ਦਿੱਲੀ, ਮੇਰੇ ਤਾਂ ਖੈਰ ਉੱਥੇ ਰਿਸ਼ਤੇਦਾਰੀ ਵੀ ਹੈ, ਅਤੇ ਮੇਰੇ ਵੱਡੇ ਭਾਈ ਸਾਹਿਬ ਦੀ ਫੈਮਿਲੀ ਉੱਥੇ ਆ। ਵਿਦਿਅਤ ਨਗਰ ਹੈ ਇੱਕ ਦਿੱਲੀ ਦੇ ਵਿੱਚ, ਵਿਦਿਅਤ ਨਗਰ, ਉੱਥੇ ਇਹਨਾਂ ਨੇ ਇੱਕ ਬਣਾਇਆ ਮੁਹੱਲਾ ਕਲੀਨਿਕ, ਔਰ ਇਹ ਇੰਡੀਆ ਟੁਡੇ ਦੀ ਰਿਪੋਰਟ 'ਚ ਵੀ ਹੈ। ਵਿਦਿਅਤ ਨਗਰ 'ਚ ਇਹਨਾਂ ਨੇ ਮੁਹੱਲਾ ਕਲੀਨਿਕ ਬਣਾਇਆ, ਫੋਟੋਆਂ ਖਿਚਾਈਆਂ, TV 'ਤੇ ਖਬਰਾਂ ਲਵਾਈਆਂ कि देखें ये हम देश में ऐसा चाहते हैं, देश में कुछ हो नहीं रहा है, बुरा हाल है। वो बनाया, बना के सोहने सोहने कली कुली करके, जिदा मैं कहना ਹੁੰਦਾ ना, ਉਹ ਸ਼ਾਨ ਸ਼ੌਕਤ ਕਰਕੇ ਫੋਟੋਆਂ ਖਿਚਾ ਕੇ ਵੀਡੀਓ ਕਰਕੇ ਚਲੇ ਗਏ। ਇਹਨਾਂ ਨੂੰ ਸੀਗਾ ਹੁਣ ਕਿਹੜਾ ਕਿਸੇ ਨੇ ਦੇਖਣਾ। ਉਹ ਬਾਅਦ 'ਚ ਕੋਈ ਤੁਹਾਡੇ ਵਰਗੇ ਪੱਤਰਕਾਰਾਂ ਨੂੰ ਪਤਾ ਹੁੰਦਾ ਨਾ ਇਹਨਾਂ ਨੇ ਕਰਨਾ ਕੀ ਹੈ, ਉਹ ਸਾਡੇ ਨਾਲੋਂ ਜ਼ਿਆਦਾ ਜਾਣਦੇ ਇਹਨਾਂ ਨੂੰ। ਉਹ ਕੁਝ ਦਿਨਾਂ ਬਾਅਦ ਉੱਥੇ ਚਲੇ ਗਏ ਦੇਖਣ ਵਾਸਤੇ, ਵਿਦਿਅਤ ਨਗਰ ਦੇ ਵਿੱਚ। ਚੈੱਕ ਕਰ ਲਓ, ਮੈਂ ਤੁਹਾਨੂੰ ਸਪੈਸੀਫਿਕ ਜਗ੍ਹਾ ਦਾ ਨਾਂ ਦੱਸ ਰਿਹਾ। ਉਹ ਉੱਥੇ ਜਾ ਕੇ ਜਦੋਂ ਪੱਤਰਕਾਰਾਂ ਨੇ ਦੇਖਿਆ ਵੀ ਉਹਦਾ ਇੱਥੇ ਮੁਹੱਲਾ ਕਲੀਨਿਕ ਸ਼ੁਰੂ ਕੀਤਾ ਸੀਗਾ, ਨਜ਼ਰ ਨਹੀਂ ਆ ਰਿਹਾ ਕਿਤੇ, ਅਤੇ ਪਤਾ ਲੱਗਾ ਨਹੀਂ ਉਹ ਉੱਥੇ ਸੀਗਾ। ਉਹ ਉੱਥੇ ਫਿਰ ਉਹ ਗਏ ਵੀ ਦੇਖੀਏ ਮੁਹੱਲਾ ਕਲੀਨਿਕ, ਡਾਕਟਰ ਨਰਸਾਂ ਹੋਣਗੀਆਂ। ਤਾਂ ਉੱਥੇ ਜਨਾਬ ਕੀ ਨਿਕਲਿਆ, ਡੰਪਿੰਗ ਗਰਾਊਂਡ, ਯਾਨੀ ਕਿ ਕੂੜਾ ਕਰਕਟ ਸਿੱਟਣ ਦੀ ਜਗ੍ਹਾ ਲਈ ਟੋਏ ਪੱਟੇ ਹੋਏ। ਇਹ ਇਹਨਾਂ ਦੇ ਮੁਹੱਲਾ ਕਲੀਨਿਕ ਸੀਗਾ ਵਿਦਿਅਤ ਨਗਰ ਦਾ, ਜਿਹਨੂੰ ਪਹਿਲਾਂ ਇਹਨਾਂ ਨੇ ਬੜਾ ਫੈਨਫੇਅਰ, ਬੜਾ ਸ਼ਾਨੋ ਸ਼ੌਕ ਨਾਲ ਸਾਰੇ ਦੇਸ਼ ਨੂੰ ਦਿਖਾਇਆ ਪਿਆ, ਦੇਖੋ ਜੀ ਇੱਦਾਂ ਦੇ ਅਸੀਂ ਮੁਹੱਲਾ ਕਲੀਨਿਕ ਬਣਾ ਰਹੇ ਹਾਂ, ਜਿਹਦੇ ਸਿਰ 'ਤੇ ਬੜੀਆਂ ਅੱਜ ਕੱਲ੍ਹ ਡਿੰਗਾਂ ਮਾਰ ਰਹੇ ਨੇ। ਡੰਪਿੰਗ ਯਾਰਡ ਨਿਕਲਿਆ ਉੱਥੋਂ ਅਖੀਰ ਦੇ ਵਿੱਚ, ਮਤਲਬ ਉੱਥੇ ਜਿਹੜੇ ਲੋਕਾਂ ਦਾ ਕੂੜਾ ਕਰਕਟ ਸਿੱਟਣ ਦੀ ਜਗ੍ਹਾ। ਕੋਈ ਡਾਕਟਰ ਨਹੀਂ, ਕੋਈ ਮੁਹੱਲਾ ਕਲੀਨਿਕ ਨਹੀਂ, ਕੋਈ ਨਰਸ ਨਹੀਂ, ਕੋਈ ਨਹੀਂ। ਉਹਦੀ ਸੱਚਾਈ ਇਹ ਨਿਕਲੀ। ਇਹ ਦਿਸ ਇਜ਼ ਇਨ ਵਿਦਿਅਤ ਨਗਰ, ਜਾ ਕੇ ਚੈੱਕ ਕਰ ਸਕਦੇ ਹਾਂ। ਅੱਗੇ ਸੁਣ ਲਓ ਕਿ ਜਿਹੜੇ ਇਹਨਾਂ ਦੀ ਵਿਧਾਨ ਸਭਾ ਦੇ ਵਿੱਚ ਇਹਨਾਂ ਨੂੰ ਸਵਾਲ ਪੁੱਛਿਆ ਗਿਆ। ਵਿਧਾਨ ਸਭਾ 'ਚ ਤੁਸੀਂ ਭਾਰਦਵਾਜ ਸਾਹਿਬ, ਸਮੀਤ ਜੀ, ਤੁਸੀਂ ਸਾਰੇ ਮੇਰੇ ਵੀਰ ਜਾਣਦੇ ਹੋ ਕਿ ਵਿਧਾਨ ਸਭਾ ਦੇ ਵਿੱਚ ਜਿਹੜਾ ਸਵਾਲ ਪੁੱਛਿਆ ਜਾਂਦਾ, ਜਿਹੜਾ ਉਹਦਾ ਜਵਾਬ ਹੁੰਦਾ ਆ, ਉਹ ਜੇ ਗਲਤ ਹੋਵੇ ਤਾਂ ਤੁਹਾਡੇ ਉੱਤੇ ਪ੍ਰਿਵਿਲੇਜ ਮੋਸ਼ਨ ਹੋ ਸਕਦਾ ਹੁੰਦਾ, ਔਰ ਤੁਹਾਨੂੰ ਖਿਚਾਈ ਹੋ ਸਕਦੀ, ਤੁਹਾਡਾ ਇੱਥੋਂ ਤੱਕ ਵੀ ਹੁੰਦਾ, ਤੁਹਾਡੀ ਮੈਂਬਰਸ਼ਿਪ ਵੀ ਕੈਂਸਲ ਕੀਤੀ ਜਾ ਸਕਦੀ ਹੈ ਜੇ ਸਪੀਕਰ ਸਾਹਿਬ ਚਾਹਣ ਤਾਂ। ਸੋ ਵਿਧਾਨ ਸਭਾ ਵਿੱਚ ਸਰਕਾਰ, ਮੈਂ ਤਾਂ ਇਹ ਬਿਲੀਵ ਕਰਦਾ ਕਿ ਸਰਕਾਰ ਸੱਚਾਈ ਬੋਲਦੀ ਹੁੰਦੀ ਹੈ। ਜੇ ਨਹੀਂ ਸੱਚਾਈ ਤਾਂ ਘੱਟੋ ਘੱਟ ਵਧਾ ਕੇ ਬੋਲਦੀ ਹੁੰਦੀ, ਘਟਾ ਕੇ ਤਾਂ ਨਹੀਂ ਬੋਲਦੀ ਹੁੰਦੀ। ਕਿ ਮੇਰੀ ਜੇ ਲੈਟਰ ਸੇ ਕਿ ਮੈਂ 100 ਰੁਪਏ ਖਰਚੇ ਆ ਲੋਕ ਭਲਾਈ ਲਈ, ਇਹ ਤਾਂ ਹੋ ਸਕਦਾ ਮੈਂ 110 ਕਹਿ ਦਾਂ। ਮੈਂ ਇੱਦਾਂ ਦਾ ਕੋਈ ਸਰਕਾਰ ਨਹੀਂ ਦੇਖੀ ਜਿਹੜੀ 100 ਖਰਚੇ, ਕਿਉਂਕਿ ਉਹਦਾ ਹਿਸਾਬ ਕਿਤਾਬ ਵੀ ਦੇਣਾ ਹੁੰਦਾ ਨਾ, ਤਾਂ ਕਹੇ ਮੈਂ 90 ਖਰਚੇ, ਇੱਦਾਂ ਤਾਂ ਕਦੇ ਨਹੀਂ ਹੁੰਦਾ। ਇਸ ਕਰਕੇ ਜੋ ਉੱਥੇ ਮੁੱਖ ਮੰਤਰੀ ਸਾਹਿਬ ਨੇ ਵਿਧਾਨ ਸਭਾ 'ਚ ਕਿਹਾ, ਜੋ ਦਿੱਲੀ ਦੀ ਵਿਧਾਨ ਸਭਾ 'ਚ ਮੁੱਖ ਮੰਤਰੀ ਕੇਜਰੀਵਾਲ ਨੇ ਆਪਣੀ ਕਾਰਕਰਦਗੀ ਬਾਰੇ ਕਿਹਾ, ਉਹ ਮੈਂ ਤੁਹਾਨੂੰ ਦੱਸਣ ਲੱਗਾ। ਇਹ ਕਹਿੰਦੇ ਜੀ ਕਿ ਹਸਪਤਾਲਾਂ ਦੇ ਵਿੱਚ ਜਿਹੜੇ ਆ ਮੁਹੱਲਾ ਕਲੀਨਿਕ ਦੀਆਂ ਬਹੁਤ ਰੌਲਾ ਪਾ ਰਹੇ ਨਾ, ਉਹਦੀ ਗੱਲ ਕਰ ਰਿਹਾ ਕਿ ਜਿੰਨੀਆਂ ਸੈਂਕਸ਼ਨਡ ਪੋਸਟ ਹੈ ਡਾਕਟਰਸ ਦੀਆਂ, ਉਹਦੇ 'ਚੋਂ ਕਿੰਨੇ % ਰੱਖੇ। ਮਤਲਬ ਜੇ 100 ਪੋਸਟਾਂ ਆ ਤਾਂ ਕਿੰਨੀਆਂ ਰੱਖੀਆਂ, 90 ਰੱਖੀਆਂ, 95 ਰੱਖੀਆਂ, 70 ਰੱਖੀਆਂ, 80 ਰੱਖੀਆਂ, ਕਿੰਨੀਆਂ ਰੱਖੀਆਂ। ਇਹ ਉਹਨਾਂ ਦਾ ਆਪਣਾ ਜਵਾਬ ਹੈ ਵਿਧਾਨ ਸਭਾ 'ਚ, 5.21%। मतलब जितने डॉक्टर रखने दावा किया इतने डॉक्टर रखेंगे हमने तो देश में हमने तब्दीली लानी है। वो जी तब्दीली लियांदी वो इन्होंने खुद मनना पिया। विधान सभा के सवाल होया, सवाल के जवाब फिर जवाब देना पैंदा है, चाहे अपोजिशन का एक मैंबर भी होवे, उन्होंने राइट हुंदा ना सवाल करन दा, और सवाल का जवाब भी देना पैंदा और रिकॉर्ड से देना पैंदा। रिकॉर्ड जिहड़ा विधान सभा का हुंदा उसे देना पैंदा और अज भी कढ़िया जा सकता, जाके देखा जा सकता, क्योंकि उन्होंने तुसीं मिटा नहीं सकते। तो जनाब ने खुद मन्निया अरविंद केजरीवाल ने कि जिन्नियां पोस्टां सैंक्शनड असीं कीतियां सी, सैंक्शन इस करके कीतियां सी ना, दिखाना सी सारी दुनिया नूं पिया इन्ने डॉक्टर रख रहे हैं, उहदे चों सिर्फ 5.21% रखे, यानी कि 6 मान लैंदे आ। जिहड़ी 100 रखने सी लोकां नूं दस्से सी भी 100 रख रहे हैं, रखे 6 भी नहीं, मतलब 5.21। और ये तो हो गए डॉक्टर्स। फिर उत्थे दवाइयां वास्ते फार्मासिस्ट रखने हुंदे आ, हर एक हस्पताल च हुंदे आ, तुहानूं पता प्राइवेट होवे सरकारी होवे हरेक च हुंदे आ। तो पूछा गया भी जनाब ने जिन्ना दावा किया इंनियां सैंक्शनड पोस्ट तुसीं समझदे हो ना,
ਸੈਂਕਸ਼ਨ ਪੋਸਟ ਦਾ ਮਤਲਬ ਹੁੰਦਾ ਜਿਹਦੇ ਲਈ ਪੈਸੇ ਵੀ ਰੱਖਤੇ ਜਾਂਦੇ ਆ, ਪ੍ਰੋਵੀਜ਼ਨ ਵੀ ਕਰਤੀ ਜਾਂਦੀ ਹੈ, ਜਿਹੜਾ ਉਹਨਾਂ ਦਾ ਡਿਪਾਰਟਮੈਂਟਲ ਕਲੀਅਰੈਂਸ ਵੀ ਦਿੱਤੀ ਜਾਂਦੀ ਹੈ, ਕੈਬਨਿਟ ਵੱਲੋਂ ਵੀ ਅਪਰੂਵਲ ਆ ਜਾਂਦੀ ਹੈ, ਸਾਰਾ ਕੁਝ ਹੋ ਜਾਂਦਾ। ਉਸ ਤੋਂ ਬਾਅਦ ਜਿਹੜੀ ਪੋਸਟ ਹੁੰਦੀ ਉਹਨੂੰ ਆਪਾਂ ਸੈਂਕਸ਼ਨ ਪੋਸਟ ਕਹਿੰਦੇ ਹਾਂ। ਤਾਂ ਡਾਕਟਰਸ ਤਾਂ ਤੁਹਾਨੂੰ ਦੱਸਦਾ ਕਿ 5.21%, ਜਿਹੜੇ ਫਾਰਮਾਸਿਸਟ ਰੱਖਣੇ ਹੁੰਦੇ ਜਿਹਨਾਂ ਨੇ ਦਵਾਈਆਂ ਇਹ ਜੋ ਫਾਰਮਾਸਿਸਟ ਸਮਝਦੇ ਹੋ ਨਾ, ਤਾਂ ਉਹ ਕਿੰਨੇ ਰੱਖੇ 100 ਦੇ ਵਿੱਚੋਂ? ਜੇ 100 ਕਹੇ ਸੀ ਤਾਂ ਕਿੰਨੇ ਰੱਖੇ? 7.92%। ਚਲੋ 8% ਸਮਝ ਲੈਂਦੇ ਹਾਂ। ਯਾਨੀ ਕਿ 100 ਫਾਰਮਾਸਿਸਟ ਦੁਨੀਆ ਨੂੰ ਦੱਸੇ ਕਿ ਅਸੀਂ ਰੱਖ ਰਹੇ ਹਾਂ, ਔਰ ਰੱਖੇ 7.92, ਯਾਨੀ 8 ਸਮਝ ਲਓ। ਮੈਂ ਵਧਾ ਕੇ ਕਰ ਲੈਣਾ, ਕੋਈ ਨਹੀਂ, ਥੋੜ੍ਹਾ ਵਧਾ ਲਓ। 7.92 ਯਾਨੀ ਕਿ 8% ਮੰਨ ਲਓ, ਵੱਧੋ ਵੱਧ। ਫਿਰ ਉਹਨਾਂ ਮੁਹੱਲਾ ਕਲੀਨਿਕਾਂ ਦੇ ਵਿੱਚ ਹੀ ਤੁਸੀਂ ਇੱਕ ਇਹਨਾਂ ਨੇ ਜੌਬ ਕ੍ਰੀਏਟ ਕੀਤੀ, सारी दुनिया को दिखा लेने पे। हमने तो नई सोच के साथ शुरू किया है ना, तो हमने पोस्ट भी ऐसी नई क्रिएट कर दी हैं जो कि कभी किसी की सोच में नहीं आई हैं। ਉਹਦਾ ਨਾਂ ਰੱਖਿਆ ਮੁਹੱਲਾ ਕਲੀਨਿਕ ਅਸਿਸਟੈਂਟ ਵਰਕਰਸ, MCAW। ਮਹਾ ਸਮਝ ਲਓ ਹੈ ਨਾ, ਜਿਹੜੇ ਠੱਗੀ ਮਾਰਨੀ ਤਾਂ ਮਹਾ ਹੀ ਮਾਰੋ ਨਾ। ਤੋ ਉਹਦੇ 'ਚ ਵੀ ਇਹਨਾਂ ਨੇ ਕਿਹਾ ਕਿ ਅਸੀਂ ਸ਼ਾਇਦ 1000 ਪਤਾ ਨਹੀਂ 1500 ਇਹਨਾਂ ਨੇ ਕਿਹਾ ਅਸੀਂ ਰੱਖ ਲਏ ਆ, ਤੇ 5000 ਰੱਖਣੇ ਆ। ਉਹ 5000 'ਚ ਰੱਖੇ ਕਿੰਨੇ? ਆ ਲਓ ਫਿਗਰ ਲੈ ਲਓ ਇਹਨਾਂ ਦਾ ਆਪਣਾ ਵਿਧਾਨ ਸਭਾ ਦੇ ਵਿੱਚ 14.3%। ਯਾਨੀ ਕਿ ਜੇ ਤੁਸੀਂ 1000 ਰੱਖਣੇ ਸੀ ਤਾਂ 140 ਰੱਖੇ, ਤੇ ਜੇ ਦਾਅਵਾ ਕੀਤਾ ਸੀ 5000 ਦਾ ਤੇ ਉਹ 600-700 ਰੱਖੇ। ਤੇ ਲੇਕਿਨ ਦੁਨੀਆ ਨੂੰ ਇਹ ਦੱਸਿਆ ਕਿ ਅਸੀਂ 10000 ਰੱਖੇ। ਜਿੱਦਾਂ ਦੁਨੀਆ ਨੂੰ ਦੱਸਿਆ ਵੀ 8 ਲੱਖ ਜੌਬਸ, 8 ਲੱਖ ਜੌਬ ਦਿੱਲੀ 'ਚ ਸਰਕਾਰੀ ਹੋ ਹੀ ਨਹੀਂ ਸਕਦੀਆਂ ਪਹਿਲੀ ਗੱਲ ਤਾਂ, ਪਰ ਛੱਡਤੀ ਜਨਾਬ ਨੇ। ਤਾਂ ਕੀ ਜਾਂਦਾ ਹੈ ਨਾ, ਮਤਲਬ ਭੋਲਾ ਜਿਹਾ ਮੂੰਹ ਬਣਾ ਕੇ ਬੱਚਿਆਂ ਹਜ਼ਾਰ ਦਾ ਕਹਿ ਦਿਓ ਬਸ, ਠੀਕ ਹੈ ਨਾ। ਕਿਹੜਾ ਕਿਸੇ ਨੇ ਪੁੱਛਣਾ, ਲੱਗਦਾ ਸੱਚ ਹੀ ਬੋਲਦਾ ਹੋਣਾ ਕਿ ਇੱਕ ਇਹਦੇ। ਇੱਕ ਤਾਂ ਮੈਂ ਸਮਝਦਾ ਪਰਮਾਤਮਾ ਨੇ ਤਾਂ ਬੜੀ ਕਿਰਪਾ ਕੀਤੀ ਹੈ ਕਿ ਝੂਠ ਬੋਲਣ ਦੀ ਕਲਾ ਜਿਵੇਂ ਦੇਖੀ ਨਾ, ਮਤਲਬ ਰਿਕਾਰਡ 'ਤੇ ਤੋੜਦੇ ਆ ਸਾਰੇ ਬੱਚਿਆਂ ਨੇ। ਝੂਠੀਆਂ ਸੌਹਾਂ ਤੁਸੀਂ ਪਬਲਿਕਲੀ ਖੜ ਕੇ ਹਜ਼ਾਰਾਂ ਲੋਕਾਂ ਦੇ ਸਾਹਮਣੇ ਤੁਸੀਂ ਬੱਚਿਆਂ ਦੀਆਂ ਝੂਠੀਆਂ ਸੌਹਾਂ ਖਾਓਗੇ ਤਾਂ ਲੋਕੀ ਤਾਂ ਯਕੀਨ ਕਰ ਹੀ ਲੈਣਗੇ। ਪੰਜਾਬੀਆਂ ਨੇ ਯਕੀਨ ਕਰ ਹੀ ਲਿਆ ਸੀ ਨਾ ਜਦੋਂ ਅਮਰਿੰਦਰ ਸਿੰਘ ਉਹਨਾਂ ਨੇ ਝੂਠ ਬੋਲਿਆ ਗੁਟਕਾ ਸਾਹਿਬ ਨੂੰ ਹੱਥ 'ਚ ਲੈ ਕੇ। ਔਰ ਉਹ ਗੁਟਕਾ ਸਾਹਿਬ ਦੀ ਮੈਂ ਤੁਹਾਨੂੰ ਛੋਟੀ ਜਿਹੀ ਕਹਾਣੀ ਹੈ ਤਾਂ ਉਹ ਆਪਦਾ ਟਰੈਕ ਆ। ਉਹ ਗੁਟਕਾ ਸਾਹਿਬ ਵੀ ਕਹਿੰਦੇ ਸੀ, ਆ ਸਾਡੇ ਨਾਲ ਇੱਕ ਸਿੱਕੀ ਸਾਹਿਬ ਨੇ ਜੀ, ਇਹ ਬੜੇ ਧਾਰਮਿਕ ਬੰਦੇ ਨੇ, ਇਹ ਆਪਣੀ ਜੇਬ 'ਚ ਗੁਟਕਾ ਸਾਹਿਬ ਰੱਖਦੇ। ਮੈਂ ਕੋਈ ਧਾਰਮਿਕ ਸ਼ਰਧਾਲੂ ਗੁਰਸਿੱਖ ਐਸਾ ਨਹੀਂ ਦੇਖਿਆ ਜਿਹੜਾ ਇੰਨੀ ਬੇਅਦਬੀ ਨਾਲ ਗੁਟਕਾ ਸਾਹਿਬ ਨੂੰ ਜੇਬ 'ਚ ਰੱਖਦਾ ਹੋਵੇ, ਜਿਸ ਤਰ੍ਹਾਂ ਉੱਥੇ ਕੱਢ ਕੇ ਦਿਖਾਇਆ ਗਿਆ ਸੀ। ਪਰ ਚਲੋ ਇਹਨਾਂ ਦੀ ਗੱਲ ਤਾਂ ਉਹਨਾਂ ਤੋਂ ਵੀ ਜਨਾਬ ਦੀ ਉਹ ਤੋਂ ਘੱਟ ਨਹੀਂ ਹੈ ਕਿ ਆਪਣੇ ਬੱਚੇ ਦੀ 2 ਵਾਰੀ ਸਹੁੰ ਖਾਧੀ ਸੀ। ਔਰ ਆਹ ਸਾਰਾ ਕੁਝ ਜਿਹੜਾ ਇਹ ਸਹੁੰ ਖਾ ਕੇ ਕੀਤਾ ਗਿਆ ਸੀ ਕਿ ਕਰਾਂਗੇ, ਉਹ ਰੱਖੇ ਇਹਨਾਂ ਨੇ ਫਿਰ 14.3%। ਯਾਨੀ ਕਿ ਮੈਂ ਦੁਬਾਰਾ ਰਿਪੀਟ ਕਰਦਾ ਕਿ ਡਾਕਟਰਸ ਜਿੰਨੇ ਕਹੇ ਸੀ, ਜਿਹੜੇ ਦੁਨੀਆ ਨੂੰ ਦੱਸਿਆ ਵੀ ਇੰਨੇ 1000 ਰੱਖ ਰਹੇ ਆ, ਉਹਦੇ ਵਿੱਚੋਂ ਰੱਖੇ 5.2%। 5.2%। ਮੈਂ ਜੇ ਬਹੁਤ ਗੱਪ ਮਾਰਨੀ ਵਧਾ ਦਾਂਗਾ 6% ਕਹਿ ਦਾਂਗਾ, 10% ਕਹਿ ਦਾਂਗਾ, ਜਨਾਬ ਨੇ 100% ਹੀ ਕਹਿਤਾ ਸੀ। ਤੋ ਫਾਰਮਾਸਿਸਟ ਰੱਖਣੇ ਸੀਗੇ, ਮੈਂ ਰਿਪੀਟ ਕਰ ਰਿਹਾ, ਰੱਖਣੇ ਸੀਗੇ ਜਿੰਨੇ ਲੋਕਾਂ ਨੂੰ ਕਿਹਾ ਸੀ 10000 ਰੱਖਾਂਗੇ, ਬਲਕਿ ਤਾਂ ਲੱਖਾਂ ਦੀਆਂ ਗੱਲਾਂ ਕਰਦੇ, ਹਜ਼ਾਰਾਂ ਦੀਆਂ ਨਹੀਂ ਕਰਦੇ। ਇਹਨਾਂ ਦੀ ਜਿਹੜਾ ਸੋਚ ਵੱਡੀ ਹੈ। ਤੋ ਉਹ ਰੱਖੇ ਇਹਨਾਂ ਨੇ 7.92%, ਵਧਾ ਕੇ ਕਹਿਣਾ ਤਾਂ 8% ਕਹਿ ਲਓ। ਅਤੇ ਜਿਹੜੇ ਇਹਨਾਂ ਨੇ ਮੁਹੱਲਾ ਕਲੀਨਿਕਸ ਦੇ ਵਿੱਚ ਉਹ ਜਿਹੜੇ ਮੈਂ ਤੁਹਾਨੂੰ ਦੱਸਿਆ ਨਾ, ਨਵੀਂ ਸੋਚ ਦੇ ਹਿਸਾਬ ਨਾਲ ਨਵੀਆਂ ਤਰੀਕੇ ਨਵੇਂ ਇਜਾਦ ਕੀਤੇ, ਨਵੀਆਂ ਪੋਸਟ ਕੱਢੀਆਂ, ਉਹ ਰੱਖੇ ਸੀ ਮੁਹੱਲਾ ਕਲੀਨਿਕ ਅਸਿਸਟੈਂਟ ਵਰਕਰਸ। ਉਹ ਜਿੰਨੇ ਕਹੇ ਸੀ ਉਹਦੇ 14.2%। ਕਿਉਂਕਿ ਉਹ ਪਤਾ ਕੀ ਸੀਗਾ, ਡਾਕਟਰਸ ਜਿਹੜੇ ਨੇ ਉਹ ਹਾਈਐਸਟ ਕਿਸੇ ਵੀ ਹੋਸਪੀਟਲ 'ਚ ਹਾਈਐਸਟ ਜਿਹੜੀ ਚੀਜ਼ ਹੁੰਦੀ ਹੈ ਉਹ ਡਾਕਟਰਸ ਹੁੰਦੇ ਨੇ। ਜਦੋਂ ਜਿਵੇਂ ਜਿਹੜੀ ਐਜੂਕੇਸ਼ਨ ਸਿਸਟਮਸ ਹੁੰਦੇ ਨੇ ਉਹਦੇ ਵਿੱਚ ਸਭ ਤੋਂ ਹਾਈਐਸਟ ਚੀਜ਼ ਜਿਹੜੀ ਉਹ ਟੀਚਰ ਹੁੰਦੇ ਨੇ, ਅਤੇ ਉੱਥੇ ਡਾਕਟਰਸ ਹੁੰਦੇ ਨੇ। ਸਰ ਡਾਕਟਰਸ ਦੇ ਵਿੱਚ ਤੁਹਾਨੂੰ ਦੱਸਤਾ ਕਿ 5.2, ਲੇਕਿਨ ਉਹ ਜਿਹੜੇ ਹੁਣ ਦੁਨੀਆ ਨੂੰ ਦਿਖਾਉਣਾ ਸੀਗਾ ਚਿੱਟੇ ਜਿਹੇ ਕੋਟ ਪਵਾ ਕੇ ਉਹਨਾਂ ਨੂੰ ਵੀ ਇਹ ਡਾਕਟਰ ਹੀ ਨੇ। ਮੈਂ ਤੁਹਾਨੂੰ ਵੈਸੇ ਦੱਸਦਾ ਵੀ ਹੁੰਦੇ ਕੌਣ ਨੇ ਇਹ ਜਿਹੜੇ ਮੁਹੱਲਾ ਕਲੀਨਿਕ ਵਰਕਰਸ ਹੁੰਦੇ ਕੌਣ ਨੇ ਵਿਚਾਰੇ? ਉਹ ਮੇਰੇ ਵਰਗੇ ਜਿਨ੍ਹਾਂ ਨੂੰ ਕੋਈ ਮੈਡੀਕਲ ਦੀ ਸਮਝ ਨਹੀਂ ਹੁੰਦੀ। ਉਹ ਵਿਚਾਰਿਆਂ ਦਾ ਸਿਰਫ ਇੰਨਾ ਹੁੰਦਾ ਵੀ ਡਾਕਟਰ ਸਾਹਿਬ ਨੇ ਕਹਿਣਾ ਕੈਂਚੀ ਫੜਾ ਦੇ, ਕੈਂਚੀ ਫੜਾਤੀ। ਉਹਨਾਂ ਨੇ ਕਹਿਣਾ ਦਵਾਈ ਲੈ ਕੇ ਆ, ਦਵਾਈ ਲੈ ਕੇ ਆ ਗਏ। ਕੱਕਾ ਪਾਣੀ ਦਾ ਗਲਾਸ ਦਿਓ, ਪਾਣੀ ਦਾ। ਉਹ ਉਹਨਾਂ ਦਾ ਨਾਂ ਰੱਖਤਾ ਮੁਹੱਲਾ ਕਲੀਨਿਕ ਅਸਿਸਟੈਂਟ ਵਰਕਰਸ। ਦਿਖਾ ਤਾਂ ਉਹਨਾਂ ਨੂੰ ਚਿੱਟੇ ਕੋਟ ਪਾ ਕੇ ਡਾਕਟਰਸ ਤੁਰੇ ਫਿਰਦੇ ਆ, ਔਰ ਉਹ ਵੀ ਫਿਰ ਨਿਕਲੇ ਸਿਰਫ ਇੰਨੇ। ਤੋ ਉਹ ਤੁਹਾਨੂੰ ਦੱਸਤਾ ਵੀ ਇਹ, ਔਰ ਇਹਨਾਂ ਦਾ ਮੈਂ ਰਿਪੀਟ ਕਰ ਰਿਹਾ ਕਿ ਇਹਨਾਂ ਦਾ ਵਿਧਾਨ ਸਭਾ ਦਾ ਰਿਕਾਰਡ ਹੈ ਇਹ। ਔਰ फिर इन्होंने एक दावा किया, अज भी किया, मैं तां दी गल कर रहा, अज भी किया कि हम तो दिल्ली में मुफ्त दवाइयां देते हैं। मुफ्त दवाइयां नहीं, थोड़ा इन्हों की सच्चाई दसदा इन्हों के हिसाब नाल, साडे हिसाब नाल नहीं, जो इन्हों का अपना रिकॉर्ड है इन्हों का विधान सभा दे विच। इन्होंने दुनिया नूं दस्सिया, पहलां तां जनाब ने स्पीच विच तां इह कहा सीगा कि जिन्नियां दवाइयां 200 हों, 300 हों, 400 हों, मेरा दिल नहीं मानता कि मैं किसी गरीब को दवाई के बिना जाने दूँ।
जितनी दवाइयाँ होंगी 500 हो, 600 हो, 1000 हो, सभी देंगे। फिर जो सरकारी रैकेट ते गल आई तो हज़ारां की गिनती घट के रह गई 500 ਤੇ 500 ਦੇ ਵਿੱਚ 506 पता नहीं 507 कुछ ਇੱਦਾਂ ਤੇ ਉਹਦੇ 506 ਜਾਂ 507 ਜਿਹੜੇ ਸਰਕਾਰੀ ਤੌਰ ਤੇ ਫਾਈਲ ਤੇ ਕਲੀਅਰ ਕੀਤੇ, ਮਤਲਬ ਪਬਲਿਕ ਤੌਰ ਤੇ ਤਾਂ ਹਜ਼ਾਰਾਂ ਹੀ ਕਰਤੇ ਸੀ, ਲੇਕਿਨ ਜਦੋਂ ਫਿਰ ਆਫੀਸਰ ਸਾਹਿਬਾਨ ਹੁੰਦੇ ਆ, ਬਿਊਰੋਕਰੈਟਸ ਹੁੰਦੇ ਆ, ਉਹ ਕਹਿੰਦੇ ਨਹੀਂ ਇਹ ਐਡੀ ਤੁਸੀਂ ਗੱਪ ਛੱਡਣੀ ਛੱਡ ਲਈ, ਲੇਕਿਨ ਉਹ ਸੱਚਾਈ ਤੇ ਵੀ ਆਓ। ਤੇ ਉਹ 500 ਕੁਛ ਇਹਨਾਂ ਨੇ ਕਿਹਾ ਵੀ ਇਹਨਾਂ ਕਰਨੇ ਆ। ਉਹਦੇ ਵਿੱਚੋਂ ਵੀ ਉਹ ਜਿਹੜੇ 500 ਕਹੇ ਉਹਦੇ ਵਿੱਚੋਂ ਵੀ ਇਹਨਾਂ ਨੇ ਸ਼ੁਰੂਆਤ ਕੀਤੀ 143 ਦਵਾਈਆਂ ਨਾਲ, 143 ਦਵਾਈਆਂ ਨਾਲ। ਤੇ ਕਿਉਂਕਿ ਇਸ ਵਾਰ ਖਬਰਾਂ ਲੱਗ ਗਈਆਂ ਵੀ ਚਲੋ 143 ਲੋਕਾਂ ਨੂੰ ਲੱਗਦਾ 143 ਤਾਂ ਬਿਮਾਰੀਆਂ ਹੀ ਨਹੀਂ ਹੁੰਦੀਆਂ, ਇੰਨੀਆਂ ਦਵਾਈਆਂ 143 ਕਿਹੜੀਆਂ ਬਿਮਾਰੀਆਂ ਹੁੰਦੀਆਂ ਨਾ, ਚਲੋ 143 ਜਿਹੜੇ ਤਾਂ ਵਿਚਾਰੇ ਨੇ ਉਹ ਵੀ ਸੋਚ ਲਿਆ ਜਿਹੜੀ ਬਿਮਾਰੀ ਲੱਗ ਵੀ ਸਕਦੀ ਹੈ ਉਹਦੀ ਵੀ ਦਵਾਈ ਦੇ ਦਿਓ। ਵੈਸੇ 143 ਦੇ ਵਿੱਚ ਇੱਦਾਂ ਹੁੰਦਾ ਵੀ ਤੁਹਾਨੂੰ ਦੱਸ ਦੇਣਾ ਕਿ ਇਹਨਾਂ ਦੇ ਆਪਣੇ ਰੈਕੋਰਡ ਦੇ ਹਿਸਾਬ ਨਾਲ 143 ਦਵਾਈਆਂ ਸੀ ਕਿਹੜੀਆਂ। ਉਹ ਕੋਈ ਕੈਂਸਰ ਦੀ ਦਵਾਈ ਨਹੀਂ ਸੀ, ਕੋਈ ਹੈਪੇਟਾਈਟਿਸ ਦੀ ਦਵਾਈ ਨਹੀਂ ਸੀ, ਕੋਈ ਸ਼ੂਗਰ ਦੀ ਦਵਾਈ ਨਹੀਂ ਸੀ। ਅੱਗੇ ਇਹਨਾਂ ਨੇ ਲਿਖਿਆ ਹੈ ਕੀ 143 ਦਿੱਤੀਆਂ ਉਹ ਵੀ ਨਹੀਂ, ਉਹ ਖੁਦ ਮੰਨਦੇ ਆ ਦਿੱਤੀਆਂ ਨਹੀਂ, ਦਿੱਤੀਆਂ ਜਿਹੜੀਆਂ ਉਹ ਵੀ ਤੁਹਾਨੂੰ ਦੱਸ ਦਿੰਦਾ ਜੋ ਇਹ ਮੰਨਦੇ ਵੀ ਅਸੀਂ ਇੰਨੀਆਂ ਦਿੱਤੀਆਂ। ਇਹ ਕਹਿੰਦੇ ਜੀ ਕਿ 143 ਦੇ ਵਿੱਚੋਂ ਅਖੀਰ ਦੇ ਵਿੱਚ ਜੋ ਦੇਣ ਲੱਗੇ ਉਹ 78 ਰਹਿ ਗਈਆਂ, 78। ਔਰ ਉਹ 78 ਕਿਹੜੀਆਂ ਅੱਗੇ ਐਕਸਪਲੇਨ ਕਰ ਰਹੇ ਨੇ। 78 ਕੀ ਆ, ਮੈਡੀਸਨਸ ਰਿਕੁਆਇਰਡ ਫॉर ਰੂਟੀਨ ਏਲਮੈਂਟਸ, ਤੇ ਅੱਗੇ ਐਕਸਪਲੇਨ ਕਰ ਰਹੇ ਬ੍ਰੈਕਟ ਦੇ ਵਿੱਚ ਬੈਂਡੇਜ ਮਤਲਬ ਕਿ ਪੱਟੀ, ਔਰ ਉਹ ਲਾਲ ਦਵਾਈ ਨਹੀਂ ਹੁੰਦੀ ਇੱਕ ਉਹ, ਤੇ ਆ ਜਿਹੜੀਆਂ ਗੋਲੀਆਂ ਜਿਹੜਾ ਹਾਂ ਟਿੰਕਚਰ ਆਇਓਡੀਨ। ਇਹ ਪਿੰਡੂ ਬੰਦੇ ਨਾ ਮੇਰੇ ਪਿੰਡ ਦੇ ਮਾਲਪੁਰ ਦੇ, ਇਹਨਾਂ ਨੂੰ ਸਭ ਪਤਾ, ਅਸੀਂ ਟਿੰਕਚਰ ਆਇਓਡੀਨ ਲਾਉਂਦੇ ਰਹੇ ਹਾਂ। ਇੱਕ ਉਹ ਲਾਲ ਦਵਾਈ ਖੂਹਾਂ 'ਚ ਵੀ ਪਾਉਂਦੇ ਹੁੰਦੇ ਸੀ ਨਾ ਜੀ, ਅੱਛਾ ਉੱਦਾਂ ਦੀਆਂ। ਤੇ ਉਹ ਦਵਾਈਆਂ ਜਿਹੜੀਆਂ ਨੇ ਉਹ ਕਰਕੇ ਪੂਰੇ ਯੂਐਨਓ ਤੱਕ ਧਮਕ ਪਹੁੰਚਾਤੀ, ਕੋਈ ਮੁਹੱਲਾ ਕਲੀਨਿਕ। ਉਹ ਜੋ ਬਾਈਡਨ ਵਿਚਾਰੇ ਨੂੰ ਨੀਂਦ ਨਹੀਂ ਆ ਰਹੀ ਕਿ ਮੇਰੇ ਮੁਲਕ 'ਚ ਅਮਰੀਕਾ ਜਿੱਦਾਂ ਕਿਉਂ ਨਹੀਂ, ਜੋ ਕੇਜਰੀਵਾਲ ਨੇ ਦਿੱਲੀ 'ਚ ਕਰਤਾ, ਮਾਰੇ ਵੀ ਕਰੋ। ਉਹ ਨਹੀਂ ਹੁਣ ਅੰਗਰੇਜ਼ੀ 'ਚ ਕਿਹਾ ਹੋਣਾ ਡੂ ਇਟ ਹੇਅਰ ਆਲਸੋ। ਤਾਂ ਚਲੋ ਤੇ ਉਹ ਜਨਾਬ ਨੇ ਫਿਰ ਉਹ ਛੱਡਤੇ ਜਿਹੜੇ ਛੱਡਣੇ ਸੀ ਪਤੰਗ, ਤੇ ਉਹ ਅਖੀਰ 'ਚ ਨਿਕਲਿਆ ਇਹ। ਔਰ ਇਹ ਮੈਂ ਵਾਰ-ਵਾਰ ਕਹਿ ਰਿਹਾ ਕਿ ਇਹਨਾਂ ਦਾ ਵਿਧਾਨ ਸਭਾ 'ਚ ਆਪਣਾ ਦਿੱਤਾ ਹੋਇਆ ਜਵਾਬ ਹੈ, ਕੋਈ ਅਕਾਲੀ ਦਲ ਦੇ ਬਣਾਏ ਹੋਏ ਫਿਕਰ ਨਹੀਂ ਗੇ, ਈਵਨ ਮੀਡੀਆ ਦੇ ਬਣਾਏ ਹੋਏ ਨਹੀਂ ਗੇ। ਕਹਿ ਦੇਣਗੇ ਕਿ ਮੀਡੀਆ ਤਾਂ ਮਿਸਲੀਡ ਕਰ ਰਿਹਾ, ਇਹ ਇਹਨਾਂ ਦਾ ਆਪਣਾ ਵਿਧਾਨ ਸਭਾ ਜਵਾਬ ਆ ਸਾਰਾ ਹੀ ਜਿਹੜਾ ਮੈਂ ਤੁਹਾਨੂੰ ਦੱਸ ਰਿਹਾ। ਅੱਗੇ ਆ ਜਾਓ। ਇਹ ਕਹਿੰਦੇ ਫਿਰ ਇਹਨੂੰ ਕਿਸੇ ਨੇ ਪੁੱਛਿਆ ਉੱਥੇ ਕਿ ਗੱਲਾਂ ਤਾਂ ਐਡੀਆਂ ਐਡੀਆਂ ਕਰਦੇ ਸੀਗੇ, 10-10 ਹਜ਼ਾਰ ਡਾਕਟਰ ਰੱਖਣੇ, ਬਲਕਿ 8 ਲੱਖ ਨੌਕਰੀਆਂ ਦੇਣੀਆਂ, 10,000 ਡਾਕਟਰ ਰੱਖਣੇ ਆ, ਤੇ ਰੱਖੇ ਤੁਸੀਂ ਸਿਰਫ ਜਿਹੜੇ ਮੁਹੱਲਾ ਕਲੀਨਿਕ ਉਹਨਾਂ ਵਿੱਚ ਤਾਂ ਕੋਈ ਵੀ ਨਹੀਂ ਹੈਗਾ। ਉਹਦੇ ਤਾਂ ਤੁਸੀਂ ਦੱਸਿਆ ਨਾ ਵੀ ਉਹ ਮੈਂ ਤੁਹਾਨੂੰ ਦੱਸਿਆ ਨਾਮ ਬਹੁਤ ਸੋਹਣਾ ਰੱਖਿਆ ਕਿ ਮੁਹੱਲਾ ਕਲੀਨਿਕ ਅਸਿਸਟੈਂਟ ਵਰਕਰਸ। ਉਹ ਵਿਚਾਰੇ ਜਿੱਦਾਂ ਮੈਂ ਕਹਿੰਦਾ ਵੀ ਮੇਰੇ ਵਰਗੇ ਜਿਹੜੇ ਚਾਹ ਪਿਲਾਈ ਹੋਏ, ਪਾਣੀ ਲਿਆ ਹੋਏ, ਉਹਨਾਂ ਦਾ ਨਾਂ ਰੱਖਤਾ, ਉਹਨੂੰ ਚਿੱਟੇ ਕੋਟ ਪਵਾ ਕੇ ਦਿਖਾ ਲੈਣ ਨੂੰ ਪੂਰੀ ਦੁਨੀਆ ਨੂੰ ਵੀ ਡਾਕਟਰ ਨੇ। ਡਾਕਟਰ ਕੋਈ ਨਹੀਂ ਉੱਥੇ ਰੱਖਿਆ। ਔਰ ਰੱਖੇ ਕਿਹੜੇ ਉੱਥੇ ਜਿਹੜੇ ਜਾਂਦੇ ਨੇ, ਹੁਣ ਇਹ ਵੀ ਆਵੇ ਉੱਥੇ ਜਿਹੜੇ ਬੈਠੇ ਉਹ ਫੋਟੋ ਨਜ਼ਰ ਆਉਂਦੇ ਕਈ ਵਾਰੀ, ਮੇਰੇ ਵਰਗਾ ਇੰਪ੍ਰੈਸ ਹੋ ਜਾਂਦਾ ਦੇਖ ਕੇ ਵੀ यहाँ ਬੈਠੇ ਤਾਂ ਹੈ ਡਾਕਟਰ ਬੈਂਸ ਸਾਹਿਬ, ਝੂਠ ਬੋਲ ਰਹੇ। ਉਹ ਡਾਕਟਰ ਕੌਣ ਸੀਗੇ ਉਹ ਅਜੇ ਵੀ ਜਾ ਕੇ ਤੁਸੀਂ ਚੈੱਕ ਕਰ ਸਕਦੇ ਹੋ। ਮਤਲਬ ਮੈਂ ਤਾਂ ਕਹਿ ਰਿਹਾ ਕਿ ਇਹਨਾਂ ਦੇ ਵਿਧਾਨ ਸਭਾ ਦੇ ਵਿੱਚ ਇਹ ਮੰਨੇ ਗੱਲ ਇਹ ਕਿ ਅਸੀਂ ਵੋਲੰਟੀਅਰਸ ਨੂੰ ਕਿਹਾ, ਵੋਲੰਟੀਅਰ ਸਮਝਦੇ ਨਾ ਜੀ, ਮਤਲਬ ਕੋਈ ਇੰਪਲੋਏ ਨਹੀਂ ਕੀਤਾ। ਜਿਹੜੇ ਡਾਕਟਰ ਸਾਹਿਬਾਨ ਉੱਦਾਂ ਪਬਲਿਕ ਸਪਿਰਿਟਡ ਹੁੰਦੇ, ਡਾਕਟਰ ਸਾਹਿਬਾਨ ਤੁਹਾਨੂੰ ਪਤਾ ਅਕਸਰ ਇੱਕ ਪ੍ਰੋਫੈਸ਼ਨ ਹੀ ਐਸਾ ਆ ਕਿ ਹਿਊਮੈਨੀਟੇਰੀਅਨਿਜ਼ਮ ਦੇ ਉੱਤੇ ਚੱਲਦੇ ਨੇ। ਤਾਂ ਉਹ ਮਿੰਨਤਾਂ ਤਰਲੇ ਕੀਤੇ ਇਹਨਾਂ ਦੇ ਵਰਕਰਸ ਨੇ ਆਪਣੇ ਆਪਣੇ ਇਲਾਕਿਆਂ 'ਚ ਕਿ ਯਾਰ ਤੁਸੀਂ ਇੱਦਾਂ ਕਰਿਓ, ਅੱਧਾ ਪੌਣਾ ਘੰਟਾ ਆ ਜਾਇਆ ਕਰੋ ਯਾਰ, ਅਸੀਂ ਉਹ TV ਕੈਮਰੇ ਵਾਲੇ ਲੈ ਆਇਆ ਕਰਾਂਗੇ, ਤੁਹਾਡੀ ਵੀ ਟੌਰ ਬਣ ਜਾਊਗੀ ਤੇ TV ਦੇ ਉੱਤੇ ਸਾਰੇ ਇੰਡੀਆ ਟੂਡੇ ਫਲਾਂ ਫਲਾਂ, ਤੇ ਸਾਡਾ ਵੀ ਕੰਮ ਚੱਲਦਾ ਰਹੂ। ਤਾਂ ਇੱਦਾਂ ਕੰਮ ਚੱਲਦਾ ਰਿਹਾ ਇਹਨਾਂ ਦਾ। ਤੇ ਉਹ ਜਿਹੜੇ ਸੀਗੇ ਵੋਲੰਟੀਅਰਸ, ਇਹਨਾਂ ਦਾ ਆਪਣਾ ਰਿਕਾਰਡ ਹੈ ਕਿ ਅਸੀਂ ਕਹਿੰਦੇ ਦੁਨੀਆ ਦੀ ਨਵੀਂ ਚੀਜ਼ ਪੇਸ਼ ਕੀਤੀ ਹੈ, ਵੀ ਸੁਣਨ ਵਾਲੀ ਆ। ਕਹਿੰਦੇ ਦੁਨੀਆ 'ਚ ਅਸੀਂ ਨਵੀਂ ਚੀਜ਼ ਪੇਸ਼ ਕੀਤੀ ਹੈ ਕਿ ਸਰਕਾਰ ਤੇ ਬੋਝ ਪਾਏ ਬਗੈਰ ਹੀ ਅਸੀਂ ਡਾਕਟਰ ਰੱਖਦੇ ਆ, ਯਾਨੀ ਕਿ ਡਾਕਟਰ ਅਸੀਂ ਕੋਈ ਨਹੀਂ ਰੱਖੇ। ਤੇ ਉਹ ਸਿਰਫ ਲੋਕਾਂ ਨੂੰ ਮਿੰਨਤਰਲਾ ਕਰਕੇ ਜਿਹੜਾ ਕੋਈ ਅੱਧਾ ਘੰਟਾ, ਕੋਈ 15 ਮਿੰਟ, ਕੋਈ 20 ਮਿੰਟ ਇਸ ਲਾਲਚ ਵਿੱਚ ਕਿ ਚਲੋ ਸਾਡਾ TV ਤੇ ਆਊਗਾ ਤੇ ਸਾਡੇ ਪੇਸ਼ੈਂਟ ਹੋਰ ਆ ਜਾਇਆ ਕਰਨਗੇ। ਉਹ ਵਿਚਾਰੇ ਇਸ ਤਰ੍ਹਾਂ ਇਹਨਾਂ ਦੀਆਂ, ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਨਾ ਬੀਨ ਬਾਜ਼ਾਰ ਨੇ ਪੰਜਾਬ ਦੇ ਮੂਹਰੇ ਇਸ ਵਾਰੀ ਵੀ ਇੱਕ ਵਾਰੀ ਪੰਜਾਬੀ ਸਿਰ ਚੱਕਣ ਸਹੀ ਬਾਅਦ ਦੱਬ ਲਾਂਗੇ, ਉਹ ਕੰਮ ਕੀਤਾ ਉੱਥੇ ਦਿੱਲੀ ਦੇ ਵਿੱਚ। ਉਹ ਹੁਣ ਤੁਹਾਨੂੰ ਦੱਸਾਂ, ਅਗਲੀ ਗੱਲ ਤੁਹਾਨੂੰ ਦੱਸਦਾ, ਇਹ ਵੈਸੇ ਝੂਠ ਇੱਦਾਂ ਇੱਕ ਅੱਧੀ ਵਾਰੀ ਚੱਲ ਜਾਂਦਾ, 2 ਵਾਰੀ ਚੱਲ ਜਾਂਦਾ, ਹੁਣ ਅਗਲੀ ਵਾਰੀ ਦੇਖਾਂਗੇ ਇਹਨਾਂ ਦਾ ਕੀ ਹੁੰਦਾ। ਫਿਰ ਜਨਾਬੇ ਅਲੀ ਉਹ ਕਹਿੰਦੇ ਘਟਾ ਕੇ 78 ਕਰਦੀਆਂ, ਤੇ ਉਹ ਨਿਕਲੀਆਂ ਬਾਅਦ ਦੇ ਵਿੱਚ ਡਰੈਸਿੰਗ ਮਟੀਰੀਅਲ, ਉਹਦਾ ਨਾਂ ਰੱਖਿਆ। ਅੱਛਾ, ਉਹਦਾ ਮਤਲਬ ਕਮਾਲਾਂ ਕਰਦੇ ਵੈਸੇ, ਇਹ ਗੱਲ ਦੇਖਣੇ ਵਾਲੀ ਆ। ਕਹਿੰਦੇ ਅਲਟਰਾ ਮਾਡਰਨ ਮੈਡੀਕਲ
ਇਕਵਿਪਮੈਂਟ ਤੇ ਬ੍ਰੈਕਟ ਲਿਖਿਆ ਡਰੈਸਿੰਗ ਮਟੀਰੀਅਲ। ਮਤਲਬ ਪਹਿਲਾਂ ਤਾਂ ਬ੍ਰੈਕਟ ਤੱਕ ਕੌਣ ਜਾਂਦਾ ਵੀ ਅਲਟਰਾ ਮਾਡਰਨ ਮੈਡੀਕਲ ਮਟੀਰੀਅਲ। ਮਤਲਬ ਮੇਰੇ ਵਰਗਾ ਦੇਖ ਕੇ ਅੰਗਰੇਜ਼ੀ ਤੋਂ ਹੀ ਇੰਪਰੈਸ ਹੋ ਜਾਂਦਾ, ਅੱਗੇ ਚੱਲਦਾ ਹੀ ਨਹੀਂ। ਤੇ ਉਹ ਬਾਅਦ 'ਚ ਪਤਾ ਫਿਰ ਕਿਸੇ ਨੂੰ ਅੱਧਿਆਂ ਵਿਚਾਰਿਆਂ ਨੂੰ ਮੇਰੇ ਵਰਗਿਆਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਡਰੈਸਿੰਗ ਮਟੀਰੀਅਲ ਕੀ ਹੋਇਆ। ਡਰੈਸਿੰਗ ਮਟੀਰੀਅਲ ਜਿਹੜੀ ਪੱਟੀ ਹੁੰਦੀ ਹੈ, ਪੱਟੀ ਮਰਮ ਵਗੈਰਾ ਜਾਂ ਲਾਉਂਦੇ ਆਪਾਂ ਹੈ ਨਾ, ਉਹ ਕਰਕੇ ਸਾਰੀ ਦੁਨੀਆ ਨੂੰ ਚੱਕ ਤੇ ਫਟੇ ਕਿ ਜੀ ਮੁਹੱਲਾ ਕਲੀਨਿਕ ਤੋਂ ਅਮਰੀਕਾ ਦਾ ਰਾਸ਼ਟਰਪਤੀ ਵੀ ਇੰਪਰੈਸ ਹੈ, ਤੇ ਫਲਾਣਾ ਵੀ, ਤੇ UNO ਵੀ, ਤੇ ਸਾਨੂੰ ਪੁੱਛ ਰਹੇ ਆ, ਤੇ ਕੀ ਨੇ ਤੇ ਉਹ ਨੇ। ਆਹ ਸੱਚਾਈ ਉਹਦੀ ਇਹਨਾਂ ਨੇ ਖੁਦ ਮੰਨੀ ਵਿਧਾਨ ਸਭਾ ਦੇ ਵਿੱਚ। ਮੈਂ ਸਾਰੇ ਡਿਟੇਲ ਤੁਹਾਨੂੰ ਬਾਅਦ ਦੇ ਰਿਹਾ ਜੀ। ਦਲਜੀਤ ਜੀ ਥੈਂਕ ਯੂ ਸੋ ਮਚ ਫॉर ਕਮਿੰਗ, ਕਿ ਤੁਸੀਂ ਤੁਹਾਡੇ ਆਉਣ ਨਾਲ ਮੇਰਾ ਹੌਸਲਾ ਵੱਧ ਗਿਆ ਕਿ ਹੁਣ 2-4 ਸਵਾਲ ਕਰੋਗੇ ਤਾਂ ਕੁਝ ਫੈਕਟਸ ਹੋਰ ਆ ਜਾਣਗੇ। ਵੈਸੇ ਤਾਂ ਬੈਠੇ ਨੇ ਮੇਰੇ ਭਾਰਦਵਾਜ ਸਾਹਿਬ, ਮੇਰੇ ਵੱਡੇ ਵੀਰ ਨੇ। ਅੱਛਾ, ਮੈਂ ਉਹਦਾ ਉਹ ਦੱਸਾਂ ਵੀ ਇਹ ਨਹੀਂ ਹੈ ਕਿ ਮੈਂ ਤੁਹਾਨੂੰ ਰੋਜ਼ ਦੱਸਿਆ ਕਰਾਂਗਾ ਇਹਨਾਂ ਦੇ ਅਲੱਗ-ਅਲੱਗ ਮਹਿਕਮਿਆਂ ਦੀਆਂ ਜਿਹੜੀਆਂ ਪ੍ਰਾਪਤੀਆਂ, ਜਿਹੜੀਆਂ ਪੰਜਾਬੀਆਂ ਨੂੰ ਪਿੰਡਾਂ ਜਾ ਕੇ ਹਿੰਦੀ 'ਚ ਦੱਸ ਰਹੇ ਨੇ। ਉਹ ਵਿਚਾਰਿਆਂ ਨੂੰ ਹਮਕੋ ਤੁਮਕੋ ਕਰਦੇ ਰਹਿੰਦੇ ਸਾਰਾ ਦਿਨ। ਉਹ ਵੀਰ ਮੇਰੇ, ਕਦ ਦਾ ਤੁਸੀਂ ਇਰਾਦਾ ਬਣਾਇਆ ਹੋਇਆ ਸੀਗਾ ਕਿ ਪੰਜਾਬ 'ਤੇ ਰਾਜ ਕਰਨਾ, ਤਾਂ ਇੰਨਾ ਕੁ ਤਾਂ ਕੋਈ ਫਿਲਮ ਐਕਟਰ ਵੀ ਹੁੰਦਾ ਯਾਰ, ਜੋ ਉਹਨੇ ਫਿਲਮ 'ਚ ਇੱਕ ਅੱਧੀ 'ਚ ਵੀ ਰੋਲ ਕਰਨਾ ਹੋਵੇ ਤਾਂ ਉਹ ਲੈਂਗੁਏਜ ਸਿੱਖ ਲੈਂਦਾ। ਤੁਸੀਂ ਦਿਲੀਪ ਕੁਮਾਰ ਦੀ ਗੰਗਾ ਜਮਨਾ ਦੇਖੀ ਹੋਵੇ ਤਾਂ ਦਲੀਪ ਕੁਮਾਰ ਦਾ ਤਾਂ ਸਾਰੀ ਦੁਨੀਆ ਨੂੰ ਪਤਾ ਕਿ ਪੇਸ਼ਾਵਰ ਦਾ ਪਠਾਨ ਆਦਮੀ ਸੀਗਾ ਉਹ। ਉਹਨੂੰ ਤਾਂ ਜਿਹੜੀ ਸੀਗੀ ਉੱਥੇ ਦੀ ਬੋਲੀ ਆਉਂਦੀ ਹੀ ਨਹੀਂ ਸੀ ਜਿਸ ਏਰੀਆ ਦੀ ਉਹ ਗੰਗਾ ਜਮਨਾ ਫਿਲਮ ਹੈ। ਲੇਕਿਨ ਤੁਸੀਂ ਜੇ ਦੇਖੋਗੇ ਉਹ ਫਿਲਮ, ਤੁਸੀਂ ਇਹ ਕਹੋਗੇ ਕਿ ਸ਼ਾਇਦ ਇਹ ਬੰਦਾ ਬਚਪਨ ਤੋਂ ਜੰਮਿਆ ਪੜਿਆ ਇੱਥੇ ਹੈ। ਇੰਨੀ ਕੁ ਤਾਂ ਮਿਹਨਤ ਐਕਟਰ ਵੀ ਕਰ ਲੈਂਦੇ ਆ। ਤੁਸੀਂ ਤਾਂ ਆਪਣੇ ਆਪ ਨੂੰ ਸੁਪਰ ਐਕਟਰ ਸਮਝਦੇ ਹੋ ਅੱਜ ਕੱਲ੍ਹ। ਵੈਸੇ ਤਾਂ ਦੁਨੀਆ ਨੂੰ ਐ ਪੂਰੀ ਤਰ੍ਹਾਂ ਬੀਨ ਵਜਾ ਦਈਦੀ ਹੈ। ਅਤੇ ਉਹ ਜਿਹੜੀ ਬੀਨ ਵਜਾਣੀ ਸੀ ਤਾਂ ਘੱਟੋ ਘੱਟ ਪੰਜਾਬੀ ਤਾਂ ਸਿੱਖ ਲੈਂਦੇ, ਇੰਨਾ ਟਾਈਮ ਸੀ ਯਾਰ। ਤਾਂ ਮੈਨੂੰ ਅੱਛਾ, ਮੈਂ ਹੁਣ ਬੇਨਤੀ ਕਰਾਂ, ਮੈਂ ਨਹੀਂ ਕਹਿੰਦਾ ਕਿ ਕੋਈ ਹਿੰਦੀ ਬੋਲੀ ਸਾਡੀ ਰਾਸ਼ਟਰੀ ਭਾਸ਼ਾ ਆ, ਆਈ ਐਮ ਵੈਰੀ ਪ੍ਰਾਊਡ ਆਫ ਇਟ। ਲੇਕਿਨ ਜੇ ਮੈਂ ਅਮਰੀਕਾ 'ਚ ਜਾ ਕੇ ਹਿੰਦੀ ਬੋਲੂੰਗਾ, ਜਾਂ ਮੈਂ ਬੰਗਾਲ 'ਚ ਜਾ ਕੇ ਪੰਜਾਬੀ ਬੋਲੂੰਗਾ, ਜਾਂ ਮੈਂ ਤਾਮਿਲਨਾਡੂ ਜਾ ਕੇ ਪੰਜਾਬੀ ਬੋਲੂੰਗਾ, ਮੇਰੇ ਮੂੰਹ ਵੱਲ ਦੇਖਣਗੇ, ਬੈਂਸ ਸਾਹਿਬ ਥੋੜ੍ਹਾ ਬਹੁਤਾ ਕੋਈ ਇੱਦਾਂ ਦੀ ਗੱਲ ਕਰ ਲਓ ਸਾਨੂੰ ਸਮਝ ਵੀ ਆ ਜਾਏ। ਤੋ ਜਨਾਬ ਆਲੀ ਮੈਂ ਬੇਨਤੀ ਹਜੇ ਫਿਰ ਕਰਦਾ, ਵੈਸੇ ਇੰਨਾ ਕੁ ਅਸਰ ਹੋ ਗਿਆ ਤੁਹਾਡੇ ਸਾਰਿਆਂ ਦੇ ਰਿਪੋਰਟਿੰਗ ਦਾ ਕਿ ਹੁਣ ਇਹਨਾਂ ਨੇ ਅੱਜ ਬਿਆਨ ਦਿੱਤਾ ਕੇਜਰੀਵਾਲ ਸਾਹਿਬ ਨੇ, ਔਰ ਮੈਂ ਵੈਲਕਮ ਕਰਦਾ, ਉਹ ਥੈਂਕਸ ਵੀ ਕਰਦਾ ਕੇਜਰੀਵਾਲ ਸਾਹਿਬ ਦਾ। ਅੱਜ ਉਹਨਾਂ ਨੇ ਬਿਆਨ ਦਿੱਤਾ ਕਿ ਗੈਰ ਪੰਜਾਬੀ ਮੋਹਰੇ ਨਾ ਆਇਓ, ਪਿੱਛੇ ਰਹੋ। ਸਮਝਦੇ ਮਤਲਬ ਪਾਵਰ ਬਿਹਾਈਂਡ ਦ ਥਰੋਨ, ਜਾਣੀ ਕਿ ਕੁਰਸੀ ਦੇ ਪਿੱਛੇ ਤਾਕਤ ਫਿਰ ਸਾਡੀ ਹੈ। ਮੋਹਰੇ ਨਾ ਆਇਓ ਪੰਜਾਬੀ ਬੁਰਾ ਸਮਝਦੇ ਆ। ਉਹ ਬੁਰਾ ਕਿਉਂ ਸਮਝਦੇ ਆ? ਕੋਈ ਕੱਲ੍ਹ ਤੁਸੀਂ ਲਿਖਤਾ ਸਾਰਿਆਂ ਨੇ, ਜਿਹੜਾ ਮੈਂ ਪਰਸੋਂ ਉੱਥੇ ਗੱਲ ਕਹੀ ਸੀ ਨਾ ਕਿ ਮੁੰਡੂ ਜਿਹਾ ਤੁਰਿਆ ਫਿਰਦਾ, ਇਹਨੂੰ ਪੰਜਾਬੀ ਨਹੀਂ ਬੋਲਣੀ ਆਉਂਦੀ। ਅਤੇ ਅੱਜ ਉਹਨਾਂ ਦੀ ਉਹ ਬੜੀ ਵੱਡੀ ਖਬਰ ਲੱਗੀ ਹੈ ਕੇਜਰੀਵਾਲ ਸਾਹਿਬ ਦੀ ਕਿ ਉਹਨਾਂ ਨੇ ਆਪਣੇ ਪਾਰਟੀ ਵਰਕਰ ਨੂੰ ਕਿਹਾ, ਉਹ ਦੇਖੋ ਤੁਸੀਂ ਤਾਂ ਸਾਰਾ ਗੇਮ ਹੀ ਸਾਡੀ ਖਰਾਬ ਕਰਤੀ, ਪਿੱਛੇ ਹੋ ਜਾਓ ਯਾਰ, ਮੋਹਰੇ ਕਰੋ। ਜਿਹੜੇ ਵਿੱਚ ਮੂਹਰੇ ਰੱਖੇ ਹੋਏ ਆਪਣੇ ਇਹ ਪੰਜਾਬੀ ਬੋਲਦੇ ਆ, ਇਹਨਾਂ ਨੂੰ ਕਰੋ ਮੋਹਰੇ, ਜਿੱਦਾਂ ਕੇਜਰੀਵਾਲ ਨੇ ਭਗਵੰਤ ਮਾਨ ਨੂੰ ਰੱਖਿਆ ਹੋਇਆ। ਵੈਸੇ ਬਾਰੇ ਜਾਈਏ ਇਹਨਾਂ ਦੀ ਗੇਮਾਂ ਦੇ। ਪਹਿਲਾਂ ਤਾਂ ਕਿਹਾ ਕਿ ਪਹਿਲਾਂ ਤਾਂ ਤੁਹਾਨੂੰ ਪਤਾ ਹੀ ਸਾਰਾ ਪਿਓ ਬਰੋਏ ਨੂੰ ਬਣਾਉਣਾ, ਫਲਾਣੇ ਨੂੰ ਬਣਾਉਣਾ। ਅਖੀਰ ਦੇ ਵਿੱਚ ਆਇਆ ਕਿ ਇੱਕ ਮੌਕਾ ਕੇਜਰੀਵਾਲ ਕੋ, ਤੇ ਉਹ ਹੋ ਗਿਆ। ਹੁਣ ਬਾਅਦ ਕਹਿੰਦਾ ਨਹੀਂ ਉਹ ਕੇਜਰੀਵਾਲ ਮਤਲਬ ਨਹੀਂ ਉਹ ਅਸੀਂ ਲੈ ਲਿਆ ਸਰਵੇ। ਇੱਕ ਫੋਨ ਦੇ ਵਿੱਚ 27 ਲੱਖ ਫੋਨ ਆ ਗਈ, ਕਾਲਾਂ ਆ ਗਈਆਂ ਇੱਕ ਫੋਨ ਦੇ ਵਿੱਚ ਹੀ, ਅਤੇ ਚਲੋ ਆ ਗਈਆਂ, ਮੰਨ ਲਿਆ ਜਾਦੂ ਹੈ ਤੁਹਾਡੇ ਕੋਲੇ। ਲੇਕਿਨ ਉਹਦੇ ਵਿੱਚ ਕਹਿੰਦੇ ਵੀ 2-3% ਮੇਰੇ ਨਾਂ ਆਏ, ਮਤਲਬ ਕਿ ਕੇਜਰੀਵਾਲ ਦੇ ਨਾਂ ਆਏ। ਮੇਰੇ ਵਰਗਾ ਵਿਚਾਰਾ ਭੋਲਾ ਜਿਹਾ ਆ, ਅਤੇ ਉਹ 2-3% ਮੇਰੇ ਨਾਂ ਆਏ। ਇਸ ਕਰਕੇ ਮੈਂ ਤਾਂ ਆਪਣਾ ਛੱਡਤਾ ਦਾਵਾ। ਮਤਲਬ ਪੰਜਾਬੀਆਂ ਨੇ ਹੁਣ ਮੈਂ ਉਹ ਬੋਲੀ ਨਹੀਂ ਬੋਲਣਾ ਚਾਹੁੰਦਾ ਕਿ ਜਿਹਨੂੰ ਕਹਿੰਦੇ ਨੇ ਮੂੰਹ 'ਤੇ ਮਾਰਿਆ ਕਿ ਤੂੰ ਕਹਿੰਦਾ ਸੀ ਪਿੰਡ ਲਿਖਿਆ ਹੋਇਆ ਇੱਕ ਮੌਕਾ ਕੇਜਰੀਵਾਲ ਨੂੰ, ਤਾਂ ਨਿਕਲੇ 2% ਵੀ ਨਹੀਂ। ਉਹ ਵੀ ਤੁਹਾਡਾ ਦਾਵਾ ਆ, ਉਹ ਨਿਕਲੇ ਕਿ ਨਹੀਂ ਨਿਕਲੇ ਪਤਾ ਨਹੀਂ। ਜਿੱਦਾਂ 27 ਲੱਖ ਆ ਉੱਦਾਂ ਉਹ ਵੀ 2% ਵੀ ਸ਼ਾਇਦ ਹੋਣਗੇ, ਮੰਨ ਲੈਂਦੇ 2%। ਅਤੇ ਉਹ ਤੋਂ ਬਾਅਦ ਹੁਣ ਕੀ ਕੀਤਾ ਫਿਰ? ਉਹ ਸਾਰੀ ਪੂਰੇ ਪੰਜਾਬ ਨੂੰ ਦੱਸਿਆ ਕਿ ਪੰਜਾਬੀ ਚਾਹੁੰਦੇ ਭਗਵੰਤ ਮਾਨ ਨੂੰ, ਲੇਕਿਨ ਮੌਕਾ ਦਿਓ ਕੇਜਰੀਵਾਲ ਅਤੇ ਭਗਵੰਤ ਮਾਨ ਨੂੰ, ਫਿਰ ਵੀ ਦੋਨਾਂ ਨੂੰ ਹੀ। ਕਿਉਂ? ਮੈਂ ਇਹ ਪੁੱਛਣਾ ਚਾਹੁੰਦਾ ਕਿ ਸਿੱਧੀ ਗੱਲ ਹੈ, ਸਾਫ਼ ਸੁਥਰੀ, ਕਿ ਕੋਈ ਪੰਜਾਬੀ ਲੀਡਰ ਜਾਂ ਕੋਈ ਆਮ ਪੰਜਾਬੀ ਇਹ ਐਂਬੀਸ਼ਨ ਰੱਖ ਸਕਦਾ ਕਿ ਉਹ ਬੰਗਾਲ 'ਚ ਜਾ ਕੇ ਇਹ ਕਹੇ ਵੀ ਮੈਨੂੰ ਮੌਕਾ ਦਿਓ, ਇਹਨੂੰ ਮਮਤਾ ਬੈਨਰਜੀ ਨੂੰ ਪਿੱਛੇ ਕਰੋ? ਕਰ ਸਕਦਾ ਇਹ ਹਿੰਮਤ? ਜਾਂ ਔਰ ਉਹ ਵੀ ਨਾ ਇੱਥੇ ਦਾ ਸ਼ਹਿਰੀ, ਨਾ ਇੱਥੇ ਦੀ ਵੋਟ, ਨਾ ਇੱਥੇ ਦੀ ਗੱਲ, ਨਾ ਇੱਥੇ ਦੀ ਬਾਤ, ਨਾ ਬੋਲੀ ਬੋਲਣੀ ਆਉਂਦੀ। ਨਹੀਂ ਪੰਜਾਬ ਦੇ ਵਿੱਚ ਪੰਜਾਬੀ ਨਹੀਂ ਬੋਲਣੀ ਆਉਂਦੀ। ਬਾਈ ਦਾ ਵੇ ਪੰਜਾਬ ਬਾਰੇ ਇੱਕ ਮਸ਼ਹੂਰ ਆ ਉਹ ਤੁਹਾਨੂੰ ਪੋਇਮ ਸਾਰਿਆਂ ਨੇ ਪੜ੍ਹੀ ਆ ਕਿ ਪੰਜਾਬ ਜਿਉਂਦਾ ਗੁਰਾਂ ਦੇ ਨਾਂ 'ਤੇ, ਅਤੇ ਗੁਰਾਂ ਦੀ ਜਿਹੜੀ ਬੋਲੀ ਆ ਉਹਨੂੰ ਗੁਰਮੁਖੀ ਕਿਹਾ ਜਾਂਦਾ। ਗੁਰਮੁਖੀ ਤਾਂ ਸਿੱਖ ਲਓ ਜੇ ਕੁਛ ਹੋਰ ਨਹੀਂ। ਚਲੋ ਜਿਹੜੀ ਮਰਜ਼ੀ ਬੋਲੀ 'ਚ ਹੀ ਬੋਲ ਲਓ, ਚਲੋ ਇੱਦਾਂ ਹੀ ਸਹੀ, ਪਰ ਸੱਚ ਤਾਂ ਬੋਲੋ। ਸੱਚ ਤਾਂ ਹਰੇਕ ਬੋਲੀ 'ਚ ਬੋਲਿਆ ਜਾ ਸਕਦਾ।
ਤੁਸੀਂ ਤੁਹਾਡੇ ਆਪਣੇ ਵਿਧਾਨ ਸਭਾ ਦੇ ਰੈਕੋਰਡ ਕੁਛ ਕਹਿ ਰਹੇ ਆ, ਉੱਥੇ ਤੁਸੀਂ ਲੋਕ ਪੰਜਾਬੀਆਂ ਨੂੰ ਕੁਛ ਹੋਰ ਦੱਸ ਰਹੇ ਆ। ਇਹ ਮੈਂ ਅੱਜ ਸਿਰਫ ਤੁਹਾਨੂੰ ਸ਼ੁਰੂਆਤ ਕੀਤੀ ਹੈ। ਇਹਨਾਂ ਦਾ ਪੂਰਾ ਜਿਹੜਾ ਜਲਵਾ ਆ ਉਹ ਤੋਂ ਪਰਦਾ ਹਟਾਵਾਂਗੇ। ਅੱਜ ਤਾਂ ਤੁਹਾਨੂੰ ਦੱਸਦਾ ਵੀ ਇਹਨਾਂ ਅੱਛਾ ਦੂਜੀ ਗੱਲ ਮੈਂ ਕਹੀ ਹੈ, ਦਲਜੀਤ ਜੀ ਤੁਸੀਂ ਬਾਅਦ 'ਚ ਆਏ ਆ ਸਰ ਸਾਹਿਬ, ਮੈਂ ਇੱਕ ਇਹਨਾਂ ਨੂੰ ਚੈਲੰਜ ਕੀਤਾ ਹੈਗਾ ਕਿ ਦਿੱਲੀ ਵਿੱਚ ਤੁਹਾਡੇ ਘਰ 'ਚ ਆ ਕੇ ਤੁਹਾਡੇ ਵਰਕਰਸ ਦੇ ਸਾਹਮਣੇ ਤੁਸੀਂ ਆਪਣੇ ਇਕੱਠ ਕਰੋ। ਮੈਂ ਬੰਦਾ ਛੋਟਾ ਹਾਂ, ਕੇਜਰੀਵਾਲ ਸਾਹਿਬ ਬਹੁਤ ਵੱਡੇ ਨੇ, ਭਗਵੰਤ ਮਾਨ ਸਾਹਿਬ ਵੀ ਅੱਜ ਕੱਲ੍ਹ ਆਪਣੇ ਆਪ ਨੂੰ ਜੋ ਵੀ ਸਮਝਦੇ ਆ ਠੀਕ ਠਾਕ ਹੈ, ਲੇਕਿਨ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਰਕਰਸ ਦਾ ਇਕੱਠ ਕਰਨ, ਜਿਹਨੂੰ ਵੀ ਮੇਰੇ ਬਰਾਬਰ ਦਾ ਲੈਵਲ ਦਾ ਬੰਦਾ ਸਮਝਦੇ ਆ ਉਹਨੂੰ ਬੁਲਾਉਣ। ਆਹ ਮੇਰਾ ਚੈਲੰਜ ਆ ਕਿ ਆਹ ਤੁਸੀਂ ਝੂਠ ਬੋਲਦੇ ਹੋ, ਔਰ ਤੁਸੀਂ ਖੁਦ ਬੋਲਿਆ ਵਿਧਾਨ ਸਭਾ ਦੇ ਵਿੱਚ ਲੋਕਾਂ ਦੇ ਸਾਹਮਣੇ, ਟੈਲੀਵਿਜ਼ਨ ਕੈਮਰਾਜ਼ ਦੇ ਸਾਹਮਣੇ। ਜੇ ਟੈਲੀਵਿਜ਼ਨ ਕੈਮਰਾ ਸਾਹਮਣੇ ਵੀ ਜਾਏ ਤਾਂ ਬੰਦੇ ਦੋਨੋਂ ਹੀ ਛੋਟੇ ਆ, ਛੱਡੋ ਨਾ ਸਹੀ, ਲੇਕਿਨ ਤੁਹਾਡੇ ਵਰਕਰਸ ਨੂੰ ਬੁਲਾ ਲਓ। ਲੇਕਿਨ ਜੇ ਮੈਂ ਬੇਨਤੀ ਕਰਾਂਗਾ, ਜਿਹੜੇ 4 ਮੇਰੇ ਦੋਸਤ ਹੈਗੇ ਮੀਡੀਆ ਦੇ ਵਿੱਚ ਸਾਰੇ ਮੇਰੇ ਪਿਆਰੇ ਨੇ, ਉਹਨਾਂ ਨੂੰ ਮੈਂ ਬੇਨਤੀ ਕਰਾਂਗਾ ਤੁਸੀਂ ਜ਼ਰੂਰ ਆ ਜਾਓ ਉੱਥੇ ਟੈਲੀਵਿਜ਼ਨ ਕੈਮਰਾ ਦੇ ਵਿੱਚ, ਜਿਹੜਾ ਬਹਿਸ ਹੋ ਹੀ ਜਾਏ ਇਸ ਵਾਰੀ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਹੀ ਜਾਏ। ਇਹ ਗੱਲ ਨਹੀਂ ਕਹਿਣਾ ਵੀ ਇਹ ਦਾਅਵੇ ਝੂਠ ਕਰਦੇ ਆ। ਆਪਾਂ ਸਿੱਧੇ ਸਿੱਧੇ ਕਹਾਂਗੇ ਤੁਸੀਂ ਵਿਧਾਨ ਸਭਾ ਦਾ ਰੈਕੋਰਡ ਲਿਆਓ, ਨਹੀਂ ਤਾਂ ਤੁਹਾਡਾ ਰੈਕੋਰਡ ਅਸੀਂ ਲੈ ਕੇ ਆ ਜਾਂਦੇ ਹਾਂ, ਫਿਰ ਤੁਹਾਨੂੰ ਦੱਸ ਦਾਂਗੇ ਅਸੀਂ ਵੀ ਕਿੱਦਾਂ ਸੱਚਾਈ ਕੀ ਹੈ। ਸੋ ਇਹ ਮੇਰਾ ਅੱਜ ਦਾ ਤਾਂ ਇਹ ਸੀਗਾ ਜੀ ਮੇਨ। ਔਰ ਮੈਂ ਜਿਹੜੀ ਮੇਰੀ ਬੇਨਤੀ ਆ ਉਹ ਫਿਰ ਰਿਪੀਟ ਕਰਦਾ ਹਾਂ ਇਹਨਾਂ ਨੂੰ ਕਿ ਰੱਬ ਦਾ ਵਾਸਤਾ ਆ, ਸੱਚ ਬੋਲੋ ਝੂਠ ਬੋਲੋ, ਜੋ ਬੋਲਣਾ ਬੋਲੋ, ਉਹ ਠੀਕ ਹੈ। ਇੱਕ ਤਾਂ ਕੋਸ਼ਿਸ਼ ਕਰੋ ਕਿ ਜਿਹੜੀਆਂ ਗੱਲਾਂ ਤੁਸੀਂ ਲਿਖਤੀ ਤੌਰ ਦੇ ਉੱਤੇ ਸੌਹਾਂ ਆਪਣੇ ਬੱਚਿਆਂ ਦੀਆਂ ਸੌਹਾਂ ਖਾ ਕੇ ਕਹੀਆਂ ਹੋਈਆਂ, ਉਹਨਾਂ ਨੂੰ ਥੋੜ੍ਹਾ ਬਹੁਤਾ ਸਟਿਕ ਕਰੋ। ਇਹ ਤਾਂ ਨਹੀਂ ਕਿ 100% ਕਹਿ ਕੇ 5% ਕਰੋ, ਇੱਦਾਂ ਨਾ ਕਰੋ। ਚਲੋ 90%, 92%, 80%, 75%, 65%, ਇਹ ਤਾਂ ਲੱਗੂਗਾ ਤੁਸੀਂ ਕੋਸ਼ਿਸ਼ ਕੀਤੀ। ਇਹ ਤਾਂ ਨਹੀਂ ਹੋਏਗਾ ਕਿ 100% ਕਹਿ ਕੇ 5% ਦਿਖਾਵੇ ਲਈ ਕਰਤਾ, ਇੱਦਾਂ ਨਾ ਕਰੋ। ਦੂਜੀ ਮੇਰੀ ਬੇਨਤੀ ਮੈਂ ਰਿਪੀਟ ਕਰਦਾ ਕਿ ਰੱਬ ਦਾ ਵਾਸਤਾ ਆ, ਅਜੇ ਵੀ ਦਿਨ ਹੈਗੇ ਆ, ਬੇਨਤੀ ਕਰੋ, ਹੁਕਮ ਕਰੋ ਤਾਂ ਮੈਂ ਪੰਜਾਬੀ ਦਾ ਲਿਖਾਰੀ ਵੀ ਹਾਂ, ਮੈਂ ਪੰਜਾਬੀ ਦੀ ਸ਼ਾਇਰੀ ਵੀ ਲਿਖ ਲੈਂਦਾ, ਮੈਂ ਪੰਜਾਬੀ 'ਚ ਬੋਲਦਾ ਤਾਂ ਇੱਥੇ ਤੁਹਾਡੇ ਸਾਹਮਣੇ ਆ। ਮੈਂ ਐਜ਼ ਟਿਊਟਰ ਕੇਜਰੀਵਾਲ ਸਾਹਿਬ ਨੂੰ ਅਤੇ ਉਹ ਜਿਹੜਾ ਮੁੰਡਾ ਤੁਰਿਆ ਫਿਰਦਾ ਉਹਨੂੰ ਪੰਜਾਬੀ ਸਿਖਾਉਣ ਲਈ ਆਪਣੀ ਸਾਰੀ ਕੈਂਪੇਨ ਛੱਡ ਕੇ ਜਾਣ ਨੂੰ ਤਿਆਰ ਹਾਂ, ਕਿਉਂਕਿ ਮੈਂ ਸਮਝਾਂਗਾ ਮੈਂ ਪੰਜਾਬੀ ਦੀ ਸੇਵਾ ਕੀਤੀ ਆਪਣੀ ਮਾਂ ਬੋਲੀ ਦੀ। ਤਾਂ ਜੇ ਇਹਨਾਂ ਨੂੰ ਨਹੀਂ ਕੋਈ ਲੱਭਦਾ ਜਾਂ ਇਹਨਾਂ ਨੂੰ ਪੈਸੇ ਹੈ ਨਹੀਂ ਕਿਸੇ, ਮੈਂ ਮੁਫਤ ਕਰਾਂਗਾ ਔਰ ਮੈਂ ਸਾਰੀ ਕੈਂਪੇਨ ਛੱਡਾਂਗਾ। ਆਪਣੀ ਬੇਨਤੀ ਸਰ ਸੁਖਬੀਰ ਸਿੰਘ ਬਾਦਲ ਹੋਣਾ ਨੂੰ, ਸਰ ਪ੍ਰਕਾਸ਼ ਸਿੰਘ ਬਾਦਲ ਹੋਣਾ ਨੂੰ ਮੈਂ ਬੇਨਤੀ ਕਰ ਲਾਂਗਾ ਕਿ ਮੈਨੂੰ ਦਿਓ ਛੁੱਟੀ, ਮੈਂ ਤਾਂ 2 ਬੰਦੇ ਪੰਜਾਬੀ ਬਣਾਉਣੇ ਆ। ਅਤੇ ਉਹ ਮੈਂ ਇਹਨਾਂ ਨੂੰ ਆਫਰ ਕਰਦਾ ਹਾਂ ਕਿ ਜੇ ਤੁਹਾਨੂੰ ਨਹੀਂ ਕੋਈ ਟਿਊਟਰ ਲੱਭਦਾ ਹੋਰ ਕੋਈ, ਕਿ ਸ਼ਾਇਦ ਪੰਜਾਬੀ ਇਹਨਾਂ ਦੇ ਨਾਲ ਕੋਈ ਜੁੜਨਾ ਨਾ ਚਾਹੁੰਦਾ ਹੋਵੇ, ਮੈਂ ਜੁੜਨ ਨੂੰ ਤਿਆਰ ਹਾਂ ਫॉर द ਸੇਕ ਆਫ ਪੰਜਾਬੀ ਲੈਂਗੁਏਜ ਆਪਣੀ। ਤੇ ਤੁਸੀਂ ਕਹਿ ਰਹੇ ਹੋ ਕਿ ਬਹਿਸ ਲਈ ਤਿਆਰ ਹੋ, ਉਹ ਰੇਡ ਮਾਰ ਰਹੇ ਸੀ ਪੰਜਾਬ 'ਚ ਆ ਕੇ, ਤੁਸੀਂ ਵੀ ਇੱਦਾਂ ਦਾ ਕੋਈ ਕੈਂਪੇਨ ਛੇੜੋ ਜੀ, ਤੁਹਾਡੇ ਕੋਲ ਇੰਨਾ ਡੇਟਾ ਹੈ, ਤੁਸੀਂ ਵੀ ਉੱਥੇ ਜਾ ਕੇ ਰੇਡ ਕਰ ਸਕਦੇ ਹੋ। ਸਾਡੀ ਕੈਂਪੇਨ ਤਾਂ ਸਿੱਧੀ ਆ ਜੀ। ਦੇਖੋ ਪਹਿਲੀ ਗੱਲ ਤਾਂ ਅਸੀਂ ਰਹਿੰਦੇ ਪੰਜਾਬ 'ਚ, ਸਾਨੂੰ ਬਾਹਰੋਂ ਆ ਕੇ ਦੱਸਣ ਦੀ ਲੋੜ ਨਹੀਂ। ਆ ਦੇਖੋ ਨਾ ਵਿਧਾਨ ਸਭਾ ਦੇ ਫੈਕਟਸ ਉਹਨਾਂ ਦੇ ਮੈਨੂੰ ਦੇਣੇ ਪਏ, ਉਹਨਾਂ ਨੇ ਆਪ ਥੋੜ੍ਹੇ ਦੱਸਣੇ ਸੀਗੇ। ਫੈਕਟਸ ਉਹਨਾਂ ਦੇ ਆ, ਇਹ ਉਹਨਾਂ ਦੀ ਸਪੀਚ ਦਾ ਹਿੱਸਾ ਹੈ, ਕੇਜਰੀਵਾਲ ਦੀ ਸਪੀਚ ਦਾ ਹਿੱਸਾ ਹੈ। ਆ ਜਿਹੜਾ ਮੈਂ ਤੁਹਾਨੂੰ ਕੋਟ ਕਰ ਰਿਹਾ ਬਾਈ ਦਾ ਵੇ, ਉਹਨਾਂ ਦੀ ਸਪੀਚ ਦਾ ਹਿੱਸਾ ਹੈ। ਔਰ ਜੋ ਇਹ ਸਾਰੀ ਸਪੀਚ ਦਾ ਦੇਣਾ ਕਿਉਂ ਪਿਆ ਸੀ ਬਾਈ ਦਾ ਵੇ, ਤੁਹਾਨੂੰ ਦੱਸਿਆ, ਇੰਨਾ ਸੱਚ ਬੋਲਣਾ ਕਿਉਂ ਪੈ ਗਿਆ। ਨਹੀਂ ਤਾਂ ਉੱਥੇ ਆਪੋਜੀਸ਼ਨ ਨੂੰ ਵੀ ਦਬਾ ਦਬੂ ਲੈਂਦੇ, ਕਿ ਹੁੰਦਾ ਨਾ ਕਈ ਵਾਰੀ ਰੌਲਾ ਪਾ ਦਿਓ, ਹੰਗਾਮਾ ਕਰ ਦਿਓ, ਸੈਸ਼ਨ ਅੱਗੇ ਪਿੱਛੇ ਪਾ ਦਿਓ। ਸਵਾਲ ਤਾਂ ਫਾਰਮਲੀ ਹੋਇਆ ਸੀਗਾ, ਪਰ ਕਹਿ ਸਕਦੇ ਜਵਾਬ ਤਾਂ ਅਸੀਂ ਦੇਣਾ ਸੀ ਜੀ। यहाँ पर ਹੰਗਾਮਾ ਕਰ ਦਿਆ ਜੀ ਅਪੋਜੀਸ਼ਨ ਨੇ। ਉਹ ਵਿਚਾਰੇ ਪਤਾ ਨਹੀਂ ਕਿੰਨੇ 4 ਹੈ ਕਿ ਨਹੀਂ ਹੈ, ਇਹਨਾਂ ਨੇ ਤਾਂ ਸਾਰੀ ਹਿੰਦੁਸਤਾਨ ਨੂੰ ਦੱਸ ਦੇਣਾ ਸੀਗਾ ਅਸੀਂ ਸਾਊ ਇਹਨੇ ਸਾਨੂੰ ਕੁੱਟ ਮਾਰ ਦਿੱਤਾ। ਇਹ ਦੇਣਾ ਕਿਉਂ ਪਿਆ? ਦੇਣਾ ਇਸ ਕਰਕੇ ਪਿਆ ਕਿਸੇ ਨੇ ਕੋਈ ਕੇਸ ਜਿਹੜਾ ਪੈਂਡੈਮਿਕ ਕਿ ਸਾਰੀ ਦੁਨੀਆ ਦੇ ਵਿੱਚ ਰੌਲਾ ਪੈ ਰਿਹਾ ਸੀ ਉਹਦਾ, ਤਾਂ ਇਹ ਦਾਅਵੇ ਦਾਗ ਹੀ ਜਾਂਦੇ ਸੀਗੇ, ਤੋਪਾਂ ਦੀਆਂ ਤੋਪਾਂ ਕਿ ਅਸੀਂ ਤਾਂ ਜੀ ਦੁਨੀਆ ਵਿੱਚ। बाइडन ने तारीफ करती कि केजरीवाल जैसे पेंडेमिक को कर रहा है वैसे दुनिया में कोई नहीं कर पाया, ये करी जा रहे थे इदा। वो हाई कोर्ट के किसी जज साहब ਨੂੰ आया भी यार हद होंगी है यार, झूठ बोलने दे सिखर होंगे। उन्होंने कर लिया तलब इन्होंने अफसर को कि लिया तो जरा तेरे फैक्ट्स की है। वो फिर अफसर को तो उन्होंने पता ही उन्होंने फैक्ट्स के नाल ही चलना पैना सीगा, तो सारियां फाइलों ले जानियां पईयां उत्थे। वो हाई कोर्ट ने फिर जी ऑबजरवेशन दी रिकॉर्ड दिते, तुसीं गूगल खोल के देख लो। लाणतां पाईयां उन्हें केजरीवाल नूं कि तू लोगों की जिंदगी नाल खेड रहा। और उन्हें महल्ला क्लिनिक जिहदा शोर मचा रहा पंजाबियों के मूहरे अज, उहदे बारे इन्हां दी दिल्ली की जिहड़ी है कचहरी, उन्हें कहा कि तू दिल्ली के गरीब लोगों का पैसा वेस्ट कर रहा, क्योंकि सैकड़े करोड़ा रुपए उसके नाँ से खा गए। ये कदे ये गल्लां बाहर आउणगीआं कि आ जिहड़े 800 करोड़ रुपया, 842 करोड़ रुपया इंदरजीत सिंह जी, इंदरप्रीत सिंह जी, 842 करोड़ रुपया दिल्ली सरकार इश्तिहारबाजी से लाई है। और 150 करोड़ रुपया पेंडेमिक से लाता पब्लिसिटी से, पेंडेमिक दी दवाइयां ते नहीं, इश्तिहारबाजी
ਜਿਹੜੀ ਆਪਣੀ ਟੀਵੀ ਦੇ ਕਿ ਕੇਜਰੀਵਾਲ ਸਾਹਿਬ ਤੋਂ ਕਮਾਲ ਕੀਏ ਜਾ ਰਹੇ ਹਨ, ਉਹਦੇ ਉੱਤੇ 151.2 ਕਰੋੜ ਉਹਦੇ ਤੇ ਲਾਤਾ। ਤੇ ਆਮ ਬੰਦਾ ਹੁਣ ਮੇਰੇ ਵਰਗਾ ਸਧਾਰਨ ਦਾ ਜਦੋਂ ਟੀਵੀ ਘਰ ਬੈਠ ਕੇ ਦੇਖਦਾ ਤਾਂ ਉਹਨੂੰ ਲੱਗਦਾ ਯਾਰ ਬੰਦਾ ਬੜਾ ਪਿਆਰਾ, ਯਾਰ ਇਹ ਦੁਨੀਆ ਤੋਂ ਅਲੱਗ ਹੈ। ਇਹ ਰਾਜਨੀਤੀ ਕਹਿੰਦੇ ਸੀ ਨਾ, ਹਮ ਰਾਜਨੀਤੀ करने नहीं आए हैं, हम तो राजनीति बदलने आए हैं। ये राजनीति बदली इन्होंने इदा, और हुण भी बदल रहे हैं। हुण ये साडे दोस्त ही ने, चलो असां सारे पंजाबी दोस्त ने अपने, तां है ना, पंजाबी वीर तां पंजाबी वीरे हुंदे आ। एक गल है 70s च तुसीं मिमिक्री बहुत वधिया करदे। थैंक यू सो मच। वैसे एक बड़ा बहुता वड्डा कंप्लीमेंट नहीं कहते, वधिया मैं दिलीप कुमार की कीती हुंदी तां मैं कंप्लीमेंट मनदा। और जिहड़ा बंदा खुद ही झूठ बोल रहा ना, तो और मिमिक्री तो पहली गल तो सच्चाई दी आप कर रहा। अच्छा दूसरी गल जिहड़ी है चलो लैट्स गेट सीरीयस, वो ये है कि जनाब ने ਜਦੋਂ ਆਹ ਜਿਹੜੇ ਤੁਹਾਨੂੰ ਦੱਸ ਰਿਹਾ ਵੀ ਬਜਟ ਜਿਹੜਾ ਹੈਗਾ 852 ਕਰੋੜ ਰੁਪਏ ਦਾ, 842 ਕਰੋੜ ਰੁਪਏ ਦਾ, ਸੌਰੀ 10 ਕਰੋੜ ਮੈਂ ਵੀ ਝੂਠ ਬੋਲ ਗਿਆ। ਐਕਚੁਅਲੀ ਇਹਨਾਂ ਨੇ ਇੰਨਾ ਕਰਤਾ ਜਦੋਂ ਤੁਸੀਂ ਮਤਲਬ 10,000 ਪੋਸਟ ਨੂੰ 5% ਕਰ ਸਕਦੇ ਹੋ ਤਾਂ ਸਾਡੇ ਵਰਗੇ ਨੂੰ ਥੋੜ੍ਹਾ ਜਿਹਾ ਭੁਲੇਖਾ। ਮੈਂ ਤੁਹਾਨੂੰ ਸੱਚੀ ਗੱਲ ਦੱਸਾਂ, ਜਦੋਂ ਇਹ ਨਵਾਂ ਆਇਆ ਨਾ, ਇਹਨੇ ਗਾਣਾ ਗਾਇਆ, ਮੇਰਾ ਫੇਵਰੇਟ ਗਾਣਾ ਸੀ ਉਹ ਪੈਗਾਮ ਫਿਲਮ ਦਾ, ਕਿ ਇਨਸਾਨ ਕਾ ਇਨਸਾਨ ਸੇ ਹੋ ਭਾਈਚਾਰਾ ਯਹੀ ਪੈਗਾਮ ਹਮਾਰਾ। तो मैं बड़ा इंप्रैस होया, मैं सच्ची गल, हालांकि मेरी पार्टी मैनू पता कि मैं जम्मिया भी इत्थे, मैं मरना भी इत्थे हैं, लेकिन मैं इंप्रैस बड़ा होया। मैं यार बंदा बड़ा प्यारा, यार दिलीप कुमार की फिल्म का गाना कित्थों कढ़ के लिया, कितना प्यारा गाना, मन्ना डे जी का गाया हुआ गाना, मैं बड़ा इंप्रैस होया। और खब्बे पासे खड़े सी रहंदे कुमार विश्वास, वो भी शायर ने, मैनू भी शायरी का शौक है। तो मैं कहा कुमार विश्वास वर्गे बंदे इन्हां दे नाल खड़े आ, ते कोई बंदा मतलब ये नवा किस्म का आ गया। ये मेरे अर्गे भी आस हो गई भी हुण जिहड़े है ना भी एक जिहड़ा सधारण बंदा है उहनूं भी गल बन सकती है। पर बाद पता लगा कि सधारण नहीं है यार, तां वो फिर कुमार विश्वास ने दस्सिया। बाई दी वे ये गल बहुत सीरीयस है। कुमार विश्वास इन्हां दे सब तो नेड़ता वाले दोस्त जिहड़े सीगे वो कुमार विश्वास सीगे। कुमार विश्वास इन्होंने मुख्यमंत्री बनाने के लिए इन्ना ज़्यादा जिम्मेवार सी कि केजरीवाल ने खुद गल कही सी कि मैनूं 2 बंदियां ने बनाया। एक अन्ना हज़ारे जी ने, अन्ना हज़ारे जी तो तुहानूं पता ही बाद च कह के गए सी, ते दूसरे कुमार विश्वास जी ने, इन्होंने खुद ही गल कही सी। ते कुमार विश्वास जी अजकल की कह रहे हैं इन्हां बारे, वो तुसीं यूट्यूब खोल के, जिहड़े मेरे वीर सुन रहे हैं मैनूं, वो यूट्यूब खोल के जरा देखियो कुमार विश्वास जी इन्हां बारे की कह रहे, और सुनियो ध्यान नाल, क्योंकि पंजाबियों नूं ये गल जाननी बहुत जरूरी है। ये पॉलिटिक्स तो हट के गल है। वो ये है कुमार विश्वास ये कह रहे हैं कि इन्हें पूरी प्लान बनाई सी कि पंजाब दे विच हिंदुआं दे और सिखां दे विच दरार पावांगे, इन्हां नूं पाड़ांगे और पाड़ के आपां पोलराइजेशन करके वोटां लवांगे, सिखां मोरे आपां पिंडू बंदे भेजांगे। ये तो आपके हैं ना, मतलब ये तो मैं तो इतना ही कहना चाहता हूँ कि ये भगवंत मान जी मेरे छोटे भाई हैं, अब आप कहेंगे कि अपने भाई को टिकट दे दी है, ये तो आपने कुनबा परस्ती कर दी है। मतलब एक गल हद ही कर दिंदा यार, मतलब हाँ जी। तो वो जिहड़ा सी ना झूठ है वो इस हद तक ले गए कि कुमार विश्वास ने कहा कि इन्हें कुमार विश्वास जिहड़े इन्हां दे सब तो विश्वास पात्र, उन्हें कहा कि इन्हें कहा सी कि मैं हिंदुआं नूं और सिखां नूं पंजाब दे विच लड़ाऊंगा और पोलराइज करूँगा, और जिथे हिंदू ज़्यादा उत्थे हिंदू चेहरे दूंगा, इत्थे सिख ज़्यादा उत्थे सिख चेहरे दूंगा, अपनी गल बन जानी है। फिर उन्हें पूछा भी ये भाई आप एड्डा पंगा काहदे वास्ते लेना, कि शायर आ, शायर के अंदर जमीर होंदी है। उन्हें कहा यार एड्डा पंगा आप काहदे वास्ते लेना, ये चंगा लगूगा, बोला आप मुल्क वो वैसे भी नैशनलिस्ट है, नैशनलिस्ट दा रियल सेंस दे विच जिहड़ा कि सारे धर्मां दी सारे प्यार लोकां दी गल करने वाला। अच्छा वो होया कि उन्हें कहा भी आप काहदे वास्ते करना, ये कहंदा कि उत्थे मैं मुख्यमंत्री बनना। उन्हें कहा मुख्यमंत्री तो किवें बनेगा, उत्थे तो भगवंत मान ते फलाना। वो कहना नहीं हम फूलका जी को कहेंगे कि आप बन जाओ, तो भगवंत मान उसको अपोज करेगा, और फिर हम दोनों को कहेंगे यार आप ऐसा झगड़ा मत करो, फिर कुमार आप जाना पंजाब में, आप दोनों को समझा देना कि क्यों झगड़ते हो यार, हम केजरीवाल को रिक्वेस्ट कर लेते हैं। तो ये इन्हां दियां स्कीमां मैं नहीं कह रहा, यूट्यूब ते पिया होया चेक कर लो। कुमार विश्वास वर्गा जिहड़ा कि सत्कारत शायर है, जिन्होंने तुसीं भी जानते हो, सारे जानते हैं। सो ये इन्हां दियां गेमां ने, ये जिहड़े बीन बजाने वाले सपेरे आए हैं ना दिल्ली तो ठग, इन्हां तो बच के रहो। चलो ना बचो पर इन्हां नूं पछाण जरूर लओ।
ਚੁਣੌਤੀ ਤੁਹਾਨੂੰ ਗ੍ਰਾਂਟ ਤੇ ਮਿਲ ਰਹੀ ਹੈ ਉਹਨਾਂ ਦੀ ਗਰੰਟੀਆਂ ਤੋਂ ਜਿਹੜਾ ਤੁਹਾਨੂੰ ਬਰੀਫਿੰਗ ਕਰਨੀ ਪਈ ਪੂਰੀ ਡਿਟੇਲ ਲਿਆਣੀ ਪਈ? ਦੇਖੋ ਜਦੋਂ ਤਾਂ ਮੈਂ ਉਹਨਾਂ ਨੂੰ ਸੁਣਦਾ ਅੱਜ ਵੀ ਆਹ ਸਾਰਾ ਕੁਝ ਜਾਣਨ ਤੋਂ ਬਾਅਦ ਵੀ ਜਦੋਂ ਤਾਂ ਮੈਂ ਕੇਜਰੀਵਾਲ ਨੂੰ ਸੁਣਦਾ ਹੁੰਦਾ ਮੈਂ ਸੱਚੀ ਦਰਨ ਦਾ ਬੋਲਦਾ ਮੈਂ ਦਿਲ ਦੀ ਗੱਲ ਜਦੋਂ ਤਾਂ ਮੈਂ ਟੈਲੀਵਿਜ਼ਨ ਤੇ ਅੱਜ ਵੀ ਇੱਥੇ ਆਉਣ ਤੋਂ ਪਹਿਲਾਂ ਜਦੋਂ ਮੈਂ ਸੁਣਿਆ ਉਹਨਾਂ ਨੂੰ ਤਾਂ ਬਾਈ ਗੋਡ ਮੈਂ ਤੁਹਾਨੂੰ ਸੱਚਾਈ ਦੱਸਦਾ ਉਹਨੇ ਚਿਰ ਲਈ ਤਾਂ ਮੈਨੂੰ ਵੀ ਯਕੀਨ ਆ ਰਿਹਾ ਹੁੰਦਾ ਵੀ ਸੱਚ ਹੀ ਬੋਲ ਰਿਹਾ ਬਾਊ ਇਹ ਤਾਂ ਯਾਰ ਬੰਦਾ ਬਹੁਤ ਹੀ ਆ ਚੀਜ਼ ਹੈ ਬੰਦਾ ਇਦਾਂ ਦਾ ਹੋਣਾ ਚਾਹੀਦਾ ਉਹਨਾਂ ਚਿਰ ਤਾਂ ਮੈਨੂੰ ਵੀ ਲੱਗਣ ਲਾ ਹੁੰਦਾ ਯਾਨੀ ਕਿ ਮੈਨੂੰ ਸਾਰੀ ਗੱਲ ਦਾ ਪਤਾ ਕਿ ਵਿਧਾਨ ਸਭਾ 'ਚ ਇਸੇ ਹੀ ਬੰਦੇ ਨੇ ਆ ਸੱਚਾਈ ਬੋਲੀ ਆ ਆਪਣੇ ਆਪ ਬਾਰੇ ਕਿ ਮੈਂ ਜੇ 100 ਕਹੀਆਂ ਸੀ ਤਾਂ 5 ਰੱਖੀਆਂ ਜੇ 100 ਡਾਕਟਰ ਕਹੇ ਤਾਂ 5 ਰੱਖੇ ਜੇ 100 ਫਾਰਮਾਸਿਸਟ ਕਹੇ ਸੀ ਤਾਂ 8 ਰੱਖੇ ਜੇ ਉਹ ਜਿਹੜੇ ਵਿਚਾਰੇ ਵਰਕਰਸ ਜਿਹੜੇ ਵਿਚਾਰੇ ਉੱਥੇ ਵਰਕਰ ਹੁੰਦੇ ਜਿਹੜੇ ਜਿਹਨਾਂ ਨੇ ਤੁਹਾਨੂੰ ਦੱਸਿਆ ਵੀ ਜਿਹਨਾਂ ਨੂੰ ਨਿੱਕੇ ਮੋਟੇ ਕੰਮ ਕਰਨੇ ਹੁੰਦੇ ਉਹਨਾਂ ਨੂੰ ਚਿੱਟੇ ਕੋਟ ਪਵਾ ਕੇ ਡਾਕਟਰ ਬਣਾ ਕੇ ਉਹ ਗਲ 'ਚ ਸਟੈਥੋਸਕੋਪ ਪਾ ਕੇ ਸਾਰੀ ਦੁਨੀਆ ਨੂੰ ਚੱਕਤਾ ਕੰਮ ਯਾਨੀ ਉਹਨਾਂ ਚਿਰ ਤਾਂ ਮੈਨੂੰ ਵੀ ਇਹ ਲੱਗਦਾ ਹੁੰਦਾ ਕਿ ਬੰਦਾ ਯਾਰ ਕਮਾਲ ਹੈ ਬੰਦਾ ਵਧੀਆ ਇਹ ਸਾਡੀ ਪਾਰਟੀ 'ਚ ਕਿਉਂ ਨਹੀਂ ਇੱਦਾਂ ਦਾ ਬੰਦਾ ਫਿਰ ਜਦੋਂ ਮੈਂ ਸੱਚਾਈ ਵੱਲ ਦੇਖਦਾ ਤਾਂ ਮੈਂ ਕਹਿੰਦਾ ਬਚ ਗਿਆ ਯਾਰ ਯਾਨੀ ਕਿ ਇੱਕ ਬੰਦਾ ਵੀ ਇੱਦਾਂ ਦਾ ਹੋਵੇ ਕਿਸੇ ਪਾਰਟੀ 'ਚ ਤਾਂ ਮਤਲਬ ਐਡਾ ਮਤਲਬ ਇੱਕ ਸਾਡੇ ਫਿਲਮ ਆਈ ਸੀ ਕਿਸ਼ੋਰ ਕੁਮਾਰ ਜੀ ਦੀ ਜਿਹੜੇ ਪੁਰਾਣੇ ਬੰਦੇ ਜਿਹੜੇ ਸ਼ੌਕੀਨ ਨੇ ਪੁਰਾਣੀਆਂ ਫਿਲਮਾਂ ਦੇ ਕਿਸ਼ੋਰ ਕੁਮਾਰ ਜੀ ਦੀ ਇੱਕ ਫਿਲਮ ਆਈ ਸੀ ਉਹਦਾ ਨਾਂ ਸੀ ਦਿੱਲੀ ਕਾ ਠੱਗ ਇਸ ਤੋਂ ਜ਼ਿਆਦਾ ਮੈਂ ਕੁਛ ਨਹੀਂ ਕਹਿਣਾ ਹੋਰ ਐਨੀ ਕੁਐਸਚਨ ਪਲੀਜ਼ ਲੋਕਾਂ ਨੇ ਇਹਨਾਂ ਤੇ ਭਰੋਸਾ ਕੀਤਾ ਕਿ 60 ਫੁਲਕਾ ਸਾਹਿਬ ਨੇ ਦਿੱਲੀ ਨਹੀਂ ਮੈਂ ਤੁਹਾਨੂੰ ਕਹਿ ਰਿਹਾ ਕਿ ਮੈਨੂੰ ਯਕੀਨ ਆ ਜਾਂਦਾ ਯਾਰ ਦਿੱਲੀ ਵਾਲਿਆਂ ਨੂੰ ਕਿਉਂ ਨਹੀਂ ਆਏਗਾ ਮੈਂ ਜਿੰਨਾ ਜੇ ਟੈਲੀਵਿਜ਼ਨ ਉਹ ਦਿੱਲੀ ਵਾਲੇ ਵਿਚਾਰੇ ਇੰਨਾ ਸਰਚ ਨਹੀਂ ਨਾ ਕਰਦੇ ਜਿੰਨਾ ਹੁਣ ਮੈਂ ਦੇਖੋ ਸਾਨੂੰ ਤਾਂ ਇਸ ਕਰਕੇ ਸਰਚ ਕਰਨੀ ਪਈ ਮੈਂ ਪ੍ਰੈਸ ਬਣਾ ਹੋਇਆ ਸੀਗਾ ਕਿ ਯਾਰ ਇੱਦਾਂ ਦਾ ਅਸੀਂ ਵੀ ਮਾਡਲ ਲਿਆਈਏ ਇਹਦਾ ਦਿੱਲੀ ਮਾਡਲ ਕਹਿ ਰਹੇ ਹੋ ਦੇਖੀਏ ਤਾਂ ਸਹੀ ਕੀ ਆ ਮੈਨੂੰ ਤਾਂ ਦੇਖਣਾ ਪਿਆ ਨਹੀਂ ਤਾਂ ਇਹ ਨਹੀਂ ਕਿ ਮੈਂ ਇਹਨੂੰ ਅਪੋਜ਼ ਕਰਨ ਲਈ ਦੇਖ ਰਿਹਾ ਮੈਂ ਕਿਹਾ ਦੇਖੀਏ ਤਾਂ ਸਹੀ ਜਿਹੜੇ ਤਰੀਕੇ ਬਣਾਏ ਆਪਾਂ ਵੀ ਲਿਆਵਾਂਗੇ ਉਹ ਜਦ ਦੇਖੇ ਤਾਂ ਆ ਨਿਕਲਿਆ ਔਰ ਇਹਨਾਂ ਦੀ ਆਪਣੀ ਸਪੀਚ ਚੋਂ ਨਿਕਲਿਆ ਇਸ ਕਰਕੇ ਇਹਨਾਂ ਨੂੰ ਮੈਂ ਕਰੈਕਟ ਕਰ ਦਿਆਂ ਉਹ ਮਹਾਰਾਜ ਤੀਸਰੀ ਵਾਰ ਬਣਿਆ ਚੀਫ ਮਿਨਿਸਟਰ ਪਹਿਲਾਂ 49 ਦਿਨ ਦਾ ਫਿਰ 5 ਸਾਲ ਦਾ ਹੁਣ ਨਹੀਂ ਮੈਂ ਤਾਂ ਦੇਖੋ ਔਰ ਚੌਥੀ ਵਾਰ ਪੰਜਾਬ ਦਾ ਬਣੇਗਾ ਤੇ ਬਾਦਲ ਸਾਹਿਬ ਦਾ ਰਿਕਾਰਡ ਵੀ ਤੋੜੇਗਾ ਹਾਂ ਬਿਲਕੁਲ ਔਰ ਦੂਜੀ ਗੱਲ ਮੈਂ ਵੀ ਦੱਸਦਾ ਬਾਦਲ ਸਾਹਿਬ ਦੇ ਰਿਕਾਰਡ ਹੋਏ ਵੀ ਤੋੜੇਗਾ ਕਿ ਮੈਰੀਟੋਰੀਅਸ ਸਕੂਲ ਉਹ ਸ਼ਾਇਦ ਨਕਲੀ ਬਣਾਊਗਾ ਬਾਦਲ ਸਾਹਿਬ ਨੇ ਤਾਂ ਵਿਚਾਰਿਆਂ ਨੇ ਪਿੰਡਾਂ ਤੁਰ ਕੇ ਚੱਲ ਕੇ ਮੈਂ ਦੇਖੋ ਤੁਸੀਂ ਸਾਰਿਆਂ ਨੇ ਦੇਖਿਆ ਕਿ ਬਾਦਲ ਸਾਹਿਬ ਜਦੋਂ ਸੇਮ ਉੱਥੇ ਆਈ ਸੀਗੀ ਤਾਂ ਵਿਚਾਰੇ ਨੰਗੇ ਪੈਰੀ ਆਪਣੇ ਖੇਤਾਂ ਦੇ ਵਿੱਚ ਬਾਦਲ ਸਾਹਿਬ ਬਾਰੇ ਕੋਈ ਕਹਿਣ ਦੀ ਲੋੜ ਹੈ ਜਿਹੜਾ ਬੰਦਾ ਮਤਲਬ ਚਲੋ ਉਹਨਾਂ ਬਾਰੇ ਕੀ ਗੱਲ ਕਰਨੀ ਦੋਨਾਂ ਦਾ ਵੈਸੇ ਉਂਝ ਮੈਂ ਪੰਜਾਬੀਆਂ ਨੂੰ ਇਹ ਕਹਿਣਾ ਚਾਹੁੰਦਾ ਕਿ ਜਿਹੜੇ ਮੌਕਾ ਦੀ ਗੱਲ ਹੋ ਰਹੀ ਹੈ ਕਿ ਮੌਕਾ ਪੰਜਾਬੀਆਂ ਨੇ ਇਹਨਾਂ ਨੂੰ ਮੈਂ ਕੱਲ੍ਹ ਵੀ ਗੱਲ ਕਹੀ ਸੀ ਕਿ ਇਤਿਹਾਸਕ ਦਿੱਤਾ ਸੀ ਪ੍ਰਕਾਸ਼ ਸਿੰਘ ਬਾਦਲ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵਰਗੇ ਬੰਦੇ ਨੂੰ ਪੰਜਾਬੀਆਂ ਨੇ ਕਿਹਾ ਕਿ ਸਰਦਾਰ ਸਾਹਿਬ ਇਸ ਵਾਰੀ ਇੱਕ ਵਾਰੀ ਆਪੋਜੀਸ਼ਨ ਲੀਡਰ ਸਾਨੂੰ ਇਹਨਾਂ ਨੂੰ ਬਣਾ ਲੈਂਦੇ ਹੋ ਤੁਸੀਂ ਪਿੱਛੇ ਬੈਠੋ ਬਾਦਲ ਸਾਹਿਬ MLA ਦੇ ਤੌਰ ਤੇ ਜਿੱਤ ਕੇ ਆਏ ਲੇਕਿਨ ਲੀਡਰ ਆਫ ਆਪੋਜੀਸ਼ਨ ਇਹਨਾਂ ਦਾ ਬਣਿਆ ਔਰ ਕੌਣ ਬਣੇ ਫੂਲਕਾ ਸਾਹਿਬ ਉਹ ਵੀ ਬੀਨ 'ਚ ਆਏ ਸੀ ਪਹਿਲਾਂ ਫਿਰ ਉਹਨਾਂ ਦੀ ਗਿੱਚੀ ਮਰੋੜਤੀ ਫਿਰ ਉਹ ਦੂਸਰੇ ਆਏ ਖਹਿਰਾ ਸਾਹਿਬ ਉਹਨਾਂ ਨੂੰ ਵੀ ਬੀਨ ਕੀਤੀ ਉਹ ਕਹਿੰਦਾ ਨਹੀਂ ਬੰਦਾ ਹੀ ਆ ਜਿੱਦਾਂ ਮੈਂ ਕਹਿੰਦਾ ਉਹਦੀ ਵੀ ਉਹ ਬੀਨ ਕੀਤੀ ਤਾਂ ਉਹਨੇ ਜਦੋਂ ਵਿਚਾਰੇ ਨੇ ਸਿਰ ਜਾ ਕੱਢਿਆ ਬਾਹਰ ਉਹਨੂੰ ਵੀ ਮਰੋੜਤਾ ਯਾਨੀ ਜਿਹੜਾ ਵੀ ਸਿਆਹ ਨਿਕਲਦਾ ਇਹਨੂੰ ਇਹ ਮਰੋੜੇ ਦਿੰਦੇ ਆ ਫਿਰ ਉਹ ਪਤਾ ਨਹੀਂ ਕਿੰਨੇ ਮਰੋੜ ਕੰਵਰ ਸੰਧੂ ਵਿਚਾਰਾ ਬਹੁਤ ਹੀ ਮੇਰਾ ਦੋਸਤ ਹੈ ਮੈਂ ਕੱਲ੍ਹ ਦੱਸਿਆ ਸੀ ਮੈਂ ਜਰਨਲਿਜ਼ਮ ਅਸੀਂ ਇਕੱਠਿਆਂ ਸ਼ੁਰੂ ਕੀਤੀ ਮੈਂ ਬਤੌਰ ਕਮੈਂਟੇਟਰਸ ਉਹ ਵਿਚਾਰੇ ਨੇ ਪੰਜਾਬ ਦੀ ਗੱਲ ਕਰਤੀ ਉਹ ਤਾਂ ਗਲਤੀ ਹੋ ਗਈ ਚੱਕਤੇ ਫੱਟੇ ਉਹਦੇ ਵੀ ਹੁਣ ਚੀਮਾ ਸਾਹਿਬ ਬਣਾਏ ਨੇ ਮੇਰਾ ਵੈਸੇ ਚੀਮਾ ਸਾਹਿਬ ਨੂੰ ਇੱਕ ਰਿਕੁਐਸਟ ਹੈ ਦਲਿਤ ਵੀਰ ਨੇ ਇਹ ਰੋਜ਼ ਮੈਂ ਦਲਿਤ ਦਾ ਤੁਹਾਨੂੰ ਤਾਂ ਇਸ ਕਰਕੇ ਨਾਂ ਲਿਆ ਕਿਉਂਕਿ ਮੈਂ ਉਹ ਮੈਨੂੰ ਪਤਾ ਸ਼ਬਦ ਦਾ ਲੇਕਿਨ ਮੈਂ ਤਾਂ ਲਿਆ ਵੀ ਇਹਨਾਂ ਨੇ ਕੱਲ੍ਹ ਪਰਸੋਂ ਇਹ ਗੱਲ ਕਹੀ ਕਿ ਕਾਂਗਰਸ ਪਾਰਟੀ ਦਲਿਤਾਂ ਦਾ ਅਪਮਾਨ ਕਰ ਰਹੀ ਹੈ ਤੁਸੀਂ ਕੀ ਕਰ ਰਹੇ ਹੋ ਤੁਸੀਂ ਚੀਮਾ ਸਾਹਿਬ ਨੂੰ ਵੈਸੇ ਤੁਹਾਡਾ ਇਹ ਬਣਦਾ ਨਹੀਂ ਸੀਗਾ ਵੀ ਲੀਡਰ ਆਫ ਆਪੋਜੀਸ਼ਨ ਮਤਲਬ ਕਿ ਵੀ ਖਿੱਲਾਂ ਖਾਣ ਨੂੰ ਬਾਂਦਰੀ ਅਤੇ ਡੰਡੇ ਖਾਣ ਨੂੰ ਰਿਚ ਅਤੇ ਜਿੱਦਾਂ ਦੀ ਤਾਂ ਆਪੋਜੀਸ਼ਨ ਨੇ ਲੜਾਈ ਕਰਨੀ ਸੀ ਉਹਨਾਂ ਜਿਹੜਾ ਚੀਮਾ ਸਾਹਿਬ ਮੋਹਰੇ ਅਤੇ ਹੁਣ ਉਹਨਾਂ ਦਾ ਨਾਂ ਹੀ ਨਹੀਂ ਉਹ ਜਿਹੜਾ ਫੋਨ ਆਇਆ ਨਾ ਫੋਨ ਜਿਹੜਾ ਜਿਹਦੇ 'ਚ 97% ਕਿ 93% ਜਾਂ 3% ਚਲੋ ਜਿੰਨੇ ਮਰਜ਼ੀ ਕਹਿੰਦੇ ਤਾਂ 1000% ਵੀ ਕਹਿ ਸਕਦੇ ਅਤੇ ਉਹਦੇ ਵਿੱਚ ਚੀਮਾ ਸਾਹਿਬ ਦਾ ਨਾਂ ਹੀ ਨਹੀਂ ਤੁਹਾਡੇ ਲੀਡਰ ਆਫ ਆਪੋਜੀਸ਼ਨ ਦਾ ਮਤਲਬ ਤੁਸੀਂ ਦੱਸੋ ਮੈਨੂੰ ਜਿਹੜੀ ਇਸ ਤੋਂ ਵੱਧ ਕੀ ਇਹ ਕਿਸੇ ਦੀ ਜਲੀਲ ਕਰ ਸਕਦੇ ਆ ਜਿਹੜੇ ਉਹ ਆਪਣੇ ਆਪੋਜੀਸ਼ਨ ਲੀਡਰ ਆਫ ਆਪੋਜੀਸ਼ਨ ਦਾ ਕਹਿੰਦੇ ਵੀ ਕਿਸੇ ਪੰਜਾਬੀ ਨੇ ਨਹੀਂ ਚਾਹਿਆ ਉਹਨਾਂ ਨੂੰ ਚੀਮਾ ਸਾਹਿਬ ਨੂੰ ਕਿਉਂਕਿ ਉਹ ਵਿਚਾਰੇ ਇਹਨਾਂ ਦੇ ਹਿਸਾਬ ਦੇ ਨਾਲ ਦਲਿਤ ਮਤਲਬ ਹੁਣ ਰਹਿ ਮੈਂ ਆ ਗਿਆ ਹੋਊਗਾ ਜੀ ਮੈਂ ਤਾਂ ਇਹੀ ਕਹਿ ਸਕਦਾ ਪਰ ਮਤਲਬ ਜੋ ਇਹ ਕਰਦੇ ਨੇ ਪੰਜਾਬੀਆਂ ਨਾਲ ਉਹ ਤੁਸੀਂ ਦੇਖ ਲਓ ਸੁੱਚਾ ਸਿੰਘ ਛੋਟੇਪੁਰ ਉਹਨਾਂ ਨਾਲ ਕੀ ਕੀਤਾ ਔਰ ਸਰਦਾਰ ਜਰਨੈਲ